Hello students, very good morning. Today we are going to discuss concept of behavioristic approach in assessment. ਜਿਵੇਂ ਤੁਸੀਂ ਸਾਰੇ ਫੈਮਿਲੀਅਰ ਹੋਵੋਗੇ ਜਿਵੇਂ ਉਹ ਇੱਕ ਆਮ ਸਟੋਰੀ ਹੈ ਕਿ ਜੇ ਤੁਸੀਂ ਇਹ ਦੇਖੋ ਕਿ ਹਾਥੀ ਨੂੰ ਕਹੋ ਕਿ ਦਰਖਤ ਤੇ ਚੜ੍ਹਨ ਦੀ ਉਹਦੇ 'ਚ ਐਬਿਲਿਟੀ ਨਹੀਂ ਹੈ, ਜੇ ਤੁਸੀਂ ਹਾਥੀ ਨੂੰ ਇਸ ਲਈ ਇਵੈਲੂਏਟ ਕਰੋ ਕਿ ਉਹ ਦਰਖਤ 'ਤੇ ਨਹੀਂ ਚੜ੍ਹ ਸਕਦਾ, ਔਰ ਮੱਛੀ ਨੂੰ ਇਸ ਲਈ ਇਵੈਲੂਏਟ ਕਰੋ ਕਿ ਉਹ ਜਿਹੜਾ ਹੈ ਅੱਖ ਦੇ ਉੱਪਰ ਜਿਹੜਾ ਹੈ ਤੁਰ ਨਹੀਂ ਸਕਦੀ ਜਾਂ ਜੰਪ ਨਹੀਂ ਕਰ ਸਕਦੀ, ਤਾਂ ਦੋਨੋਂ ਹੀ ਬੱਚੇ ਫੇਲ ਹੋ ਜਾਣਗੇ। ਦੋਨੋਂ ਹੀ ਫੇਲ ਨੇ। ਹਾਥੀ ਕਦੇ ਵੀ ਦਰਖਤ 'ਤੇ ਨਹੀਂ ਚੜ੍ਹ ਪਾਏਗਾ, ਉਹ ਫੇਲ ਹੈ। ਔਰ ਮੱਛੀ ਜਿਹੜੀ ਹੈ ਹਵਾ 'ਚ ਨਹੀਂ ਰਹਿ ਪਾਏਗੀ, ਅਰਥ 'ਤੇ ਨਹੀਂ ਰਹਿ ਪਾਏਗੀ, ਉਹ ਵੀ ਫੇਲ ਹੈ। ਤੇ ਇਹਦਾ ਮਤਲਬ ਹੈ ਕਿ ਬੱਚੇ ਦਾ ਕੈਲੀਬਰ ਦੇਖਣਾ ਪਏਗਾ। ਜੇਕਰ ਬੱਚੇ ਦਾ ਪੋਟੈਂਸ਼ੀਅਲ ਦੇ ਅਕੋਰਡਿੰਗ ਉਹਦੇ ਲਈ ਇੰਟਰਵੈਂਸ਼ਨ ਟੈਕਨੀਕ ਜਿਹੜੀਆਂ ਪੜ੍ਹਾਉਣ ਦੀ ਵਿਧੀਆਂ ਨੇ, ਜਾਂ ਜਿਹੜਾ ਉਹਦੇ ਵਾਸਤੇ ਅਸੈਸਮੈਂਟ ਦਾ ਮੈਜ਼ਰ ਹੈ, ਜਿਹੜਾ ਅਸੀਂ ਸਟੈਂਡਰਡ ਪੈਰਾਮੀਟਰਸ ਉਸ 'ਤੇ ਸੈੱਟ ਕਰ ਰਹੇ ਹਾਂ, ਜੇ ਉਹ ਉਸਦੇ ਕੈਲੀਬਰ ਦੇ ਅਕੋਰਡਿੰਗ ਨਹੀਂ ਹੈ, ਫਿਰ ਉਹ ਹਰ ਵਾਰੀ ਫੇਲ ਹੋਏਗਾ। ਤਾਂ ਇਹਦਾ ਮਤਲਬ ਹੈ ਹਰ ਇੱਕ ਨੂੰ ਇੱਕੋ ਹੀ ਰਸੇ ਨਾਲ ਨਹੀਂ ਬੰਨਿਆ ਜਾ ਸਕਦਾ। ਇੱਕ ਅਕੈਡਮਿਕ ਦਾ ਟੈਸਟ ਲਗਾ ਕੇ ਤੁਸੀਂ ਸਾਰੇ ਬੱਚਿਆਂ ਨੂੰ ਕਹੋ ਕਿ ਇੰਨੇ ਪਾਸ ਹੋ ਗਏ, ਇੰਨੇ ਫੇਲ ਹੋ ਗਏ, ਨਾਟ ਆਫ ਦੈਟ ਕਾਈਂਡ। ਸਾਨੂੰ ਬਿਹੇਵੀਅਰਲ ਡੋਮੀਨੈਂਸ ਡੋਮੇਨ ਜਿਹੜੀ ਹੈ, ਉਸ ਡੋਮੀਨੇਟਿੰਗ ਡੋਮੇਨ ਦੇ ਲਈ ਉਸ ਨੂੰ ਇਵੈਲੂਏਟ ਕਰਨਾ ਹੋਏਗਾ। ਕੋਈ ਬੱਚਾ, ਜਿਵੇਂ ਉਹ ਕਹਿੰਦੇ ਕਿ ਸਾਰੇ ਇੰਜੀਨੀਅਰ ਨਹੀਂ ਬਣ ਸਕਦੇ, ਜਿਹੜੀ ਅੱਜ ਦੌੜ ਹੈ ਸਾਡੇ ਸਮਾਜ 'ਚ ਕਿ ਸਾਰੇ ਇੰਜੀਨੀਅਰ ਬਣੋ, ਪੇਰੈਂਟਸ ਦੇ ਵਿੱਚ ਦੌੜ ਹੈ ਨਾ ਕਿ ਸਾਰਿਆਂ ਨੂੰ ਇੰਜੀਨੀਅਰ ਬਣਾ ਦੇਣਾ, ਔਰ ਲੜਕੀਆਂ ਸਾਰੀਆਂ ਨੂੰ ਜਾਂ ਡਾਕਟਰ ਬਣਾਉਣਾ ਜਾਂ ਟੀਚਰ ਬਣਾਉਣਾ। ਤਾਂ ਇਸ ਤਰ੍ਹਾਂ ਦੀ ਇੱਕ ਦੌੜ ਹੈ। ਇਹ ਨਹੀਂ ਹੈ ਕਿ ਸਾਰੇ ਹੀ ਡਾਕਟਰ ਬਣ ਜਾਣਗੇ, ਸਾਰੇ ਹੀ ਟੀਚਰ ਬਣ ਜਾਣਗੇ, ਨਾਟ ਆਫ ਦੈਟ ਕਾਈਂਡ। ਇਸ ਤਰ੍ਹਾਂ ਪੋਸੀਬਲ ਹੀ ਨਹੀਂ ਹੈ। ਹਰ ਬੱਚੇ ਦੀ ਇੱਕ ਡੋਮੀਨੇਟਿੰਗ ਡੋਮੇਨ ਹੈ। ਠੀਕ ਹੈ। ਮੈਂ ਤੁਹਾਨੂੰ ਇੱਕ ਸਟੋਰੀ ਸੁਣਾ ਦਿੰਦਾ। ਤੁਹਾਡੇ ਸੀਨੀਅਰ ਸੀਗੇ, ਲੜਕੀ ਪਾਸ ਆਊਟ ਹੋਈ ਹੈ ਪਿਛਲੇ ਸਾਲ, ਔਰ ਉਹ ਗਵਰਨਮੈਂਟ ਜੌਬ ਉਸ ਨੂੰ ਮਿਲ ਗਈ ਹੈ। ਸ਼ੀ ਵਾਜ਼ ਵੈਰੀ ਇੰਟੈਲੀਜੈਂਟ ਗਰਲ, ਔਰ ਉਹ MSc ਮੈਥਮੈਟਿਕਸ ਸੀ। MSc ਮੈਥਮੈਟਿਕਸ ਸੀ ਤੇ ਔਰ ਕਾਫੀ ਅੱਛਾ ਸਕੋਰ ਸੀਗਾ, ਮੈਰਿਟ ਅੱਛੀ ਸੀ, ਤਾਂ ਹੀ ਜੌਬ ਮਿਲ ਗਈ ਹੈ ਉਸਨੂੰ। B.Ed ਹਾਲੇ ਉਹਦਾ ਰਿਜ਼ਲਟ ਨਹੀਂ ਆਇਆ, ਉਸ ਤੋਂ ਪਹਿਲਾਂ ਉਸਨੂੰ ਜੌਬ ਮਿਲ ਗਈ। PTET उसने फर्स्ट अटैम्प्ट क्लीयर कर लिया, इमीडिएट उसने अप्लाई किया, जॉब निकली है। और रिजल्ट आने तो पहला मैं DMC हले आई नहीं सी, रिजल्ट आया थी और रिजल्ट के बेसिस पे उसको जॉब मिल गई। और वो बच्चा MSc च बहुत अच्छा परसेंटेज नाल है, और उसके पेरेंट्स कह रहे हैं तू अकैडमी खोल लै, तू ट्यूशन दिया कर। उस बच्चे का बिल्कुल इंटरेस्ट नहीं बन रहा। MSc मैथमैटिक्स है और ट्यूशन नहीं करना चाहता। और उसकी परसनैलिटी के विच है कि वो एक तरह नाल मतलब चुप रहना शुरू कर दिंदा, इंट्रोवर्ट हो जाता बच्चा, क्योंकि ਉਹਦੇ ਵਿੱਚ ਉਹਦਾ ਇੰਟਰਸਟ ਹੀ ਨਹੀਂ ਹੈ ਔਰ ਉਸਨੂੰ ਫੋਰਸਲੀ ਕੀਤਾ ਜਾਂਦਾ। ਪਰ ਹੁਣ ਕਿਉਂਕਿ ਪੇਰੈਂਟਸ ਦੀ ਵੀ ਆਸ ਹੁੰਦੀ ਹੈ, ਇੰਨਾ ਪੈਸਾ ਲਗਾਇਆ ਹੈ, ਕੁਝ ਕਮਾਏਗਾ ਬੱਚਾ ਤਾਂ ਚਲੋ ਥੋੜੀ ਸਪੋਰਟ ਵੀ ਹੋ ਜਾਏਗੀ, ਹੋਰ ਨਹੀਂ ਤਾਂ ਆਪਣੀ B.Ed ਦੀ ਫੀਸ ਹੀ ਨਿਕਾਲ ਲੇਗਾ। ਪੇਰੈਂਟਸ ਦੇ ਫੋਰਸ ਤੇ ਉਹ ਥੋੜਾ ਜਿਹਾ ਕੰਮ ਸ਼ੁਰੂ ਕਰਦੀ ਹੈ, 2 ਕੁ ਬੱਚੇ ਪੜਾਉਣਾ ਸ਼ੁਰੂ ਕਰਦੀ ਹੈ, ਔਰ ਸਡਨ ਹੀ ਸਾਡੇ ਇੱਥੇ ਕੰਪੀਟੀਟਿਵ ਕੋਈ ਇਸ ਤਰ੍ਹਾਂ ਦਾ ਆਉਂਦਾ ਹੈ ਫਾਈਨ ਆਰਟ ਦਾ, ਔਰ ਮੈਡਮ ਦਲਜੀਤ ਜਿਹੜੇ ਨੇ ਫਾਈਨ ਆਰਟ ਵਾਲੇ, ਉਹ ਉਸਨੂੰ ਕਹਿੰਦੇ ਆ ਕਿ ਤੂੰ ਯਾਰ ਪੋਰਟਰੇਟ ਬਣਾ ਕੇ, ਤੂੰ ਸਟੂਡੈਂਟ ਅੱਛੀ ਹੈਗੀ ਹੈ ਅਤੇ ਮੈਥਮੈਟਿਕਸ ਵੀ ਤੇਰਾ ਅੱਛਾ ਹੈ, ਤੈਨੂੰ ਥੋੜ੍ਹਾ ਫੇਸ ਦੇ ਡਾਇਮੈਂਸ਼ਨਸ ਵਗੈਰਾ ਜਾਂ ਉਸਦੀ ਸਿਮੈਟਰੀ ਬਾਰੇ ਜ਼ਿਆਦਾ ਕਲੀਅਰ ਹੋਏਗਾ। ਅਤੇ ਉਹ ਡਰਾਇੰਗ ਕਰਦੀ ਹੈ, ਔਰ ਸਡਨ ਹੀ ਉਹ ਇੰਨੀ ਅੱਛੀ ਡਰਾਇੰਗ ਕਰਦੀ ਹੈ। ਤੁਸੀਂ ਸੰਦੀਪ ਆਰਟ ਦੇ ਨਾਲ, ਜੇ ਤੁਸੀਂ ਮੇਰਾ ਫੇਸਬੁੱਕ 'ਤੇ ਲਿੰਕ ਦੇਖੋਗੇ ਤਾਂ ਉਹਦੇ ਉੱਤੇ ਸੰਦੀਪ ਆਰਟਸ ਦੇ ਨਾਲ ਜਿਹੜਾ ਹੈ ਉਹਦਾ ਪੇਜ ਹੈ, ਅਤੇ ਉਹ ਬੱਚਾ ਇੰਨਾ ਐਕਸੈਲ ਕਰਦਾ ਹੈ। ਅੱਜ ਉਹ ਲਾਈਵ ਪੋਰਟਰੇਟਸ ਬਣਾਉਂਦਾ ਹੈ, ਔਰ ਉਹਦੇ ਪੋਰਟਰੇਟਸ 1500 ਤੋਂ ਲੈ ਕੇ 5500 ਤੱਕ ਸੇਲ ਹੁੰਦਾ। ਇੱਕ ਪੋਰਟਰੇਟ ਬਣਾ ਕੇ ਦਿੰਦਾ, ਜਿਵੇਂ ਕੋਈ ਨਿਊਲੀ ਮੈਰਿਡ ਕਪਲ ਹੈ, ਉਹ ਆ ਜਾਂਦੇ ਹੈ ਤਾਂ ਉਹ ਕਿਸੇ ਖਾਸ ਮੂਵਮੈਂਟ ਦੀਆਂ, ਖਾਸ ਪੋਜ਼ ਦੀਆਂ ਉਹ ਸਾਹਮਣੇ ਬੈਠ ਕੇ ਡਰਾਇੰਗ ਕਰਵਾਉਂਦੇ ਆ, ਤਾਂ ਉਹ ਬਲੈਕ ਐਂਡ ਵਾਈਟ ਜਾਂ ਪੈਨਸਿਲ ਜਿਹੜੇ ਹੈ ਸਕੈਚ ਉਸ ਤਰ੍ਹਾਂ ਦੇ, ਜਾਂ ਉਹ ਬਹੁਤ ਸਾਰੀਆਂ ਲੀਜੈਂਡਸ ਜਿਹੜੇ ਨੇ ਉਹਨਾਂ ਦੀ ਡਰਾਇੰਗ ਕਰਦੇ ਆ। ਅਤੇ ਉਹ ਬੱਚਾ ਹੁਣ ਉਸਦੇ ਇਸ ਆਰਟ ਨੂੰ ਦੇਖ ਕੇ, ਮੇਰੇ ਕੋਲ ਇਕਨੋਮਿਕਸ ਦਾ ਸਟੂਡੈਂਟ ਹੈ, ਮੈਥ ਇਕਨੋਮਿਕਸ ਕੰਬੀਨੇਸ਼ਨ ਹੈ, ਅਸੀਂ ਉਸਨੂੰ ਇਕਨੋਮਿਕਸ ਦੇ ਮਾਡਲ ਮੇਕਿੰਗ 'ਚ ਕੰਪੀਟੀਸ਼ਨ ਲਈ ਲੈ ਕੇ ਜਾਂਦੇ ਹਾਂ। ਜਿਹੜਾ ਬੱਚਾ ਮੇਰੇ ਨਾਲ ਬਿਲਕੁਲ ਇੰਟਿਊਸ਼ਨ ਨਹੀਂ ਰੱਖਦਾ, ਮੇਰੇ ਨਾਲ ਬਿਲਕੁਲ ਉਹਦੀ ਟਿਊਨਿੰਗ ਨਹੀਂ ਹੈ, ਉਹ ਬੱਚਾ ਮੇਰੇ ਲਈ 2 ਪ੍ਰਾਈਜ਼ ਲੈ ਕੇ ਆਉਂਦਾ, ਇੰਟਰਜੋਨਲ ਅਤੇ ਯੋਨਲ, ਦੋਨੋਂ ਹੀ ਫਸਟ ਪ੍ਰਾਈਜ਼। ਤਾਂ ਇਹ ਇਸ ਤਰ੍ਹਾਂ ਨਾਲ ਕੋਈ ਬੱਚਾ ਐਕਸੈਲ ਕਰੇਗਾ। ਤਾਂ ਹੁਣ ਮੈਂ ਉਸਨੂੰ ਕਹਾਂ ਕਿ ਉਹ ਚੁੱਪ ਰਹਿੰਦਾ ਹੈ, ਉਸਦੀ ਪਰਸਨੈਲਿਟੀ ਐਵੇਂ ਦੀ, ਅਕੈਡਮਿਕਸ 'ਚ ਇੰਟਰਸਟ ਨਹੀਂ ਲੈਂਦਾ, ਉਸ ਦਾ ਜ਼ੋਨ ਨਹੀਂ ਹੈ, ਉਸ ਦਾ ਇੰਜੀਨੀਅਰ ਨਹੀਂ ਹੈ। ਉਸ ਦਾ ਇੰਜੀਨੀਅਰ ਜਿਹੜਾ ਹੈ, ਉਸ ਦੇ ਵਿੱਚ ਜਦੋਂ ਬੱਚੇ ਨੂੰ ਜਿਹੜਾ ਹੈ ਪੁਸ਼ ਮਿਲੇਗਾ ਤਾਂ ਉਹ ਐਕਸੈਲ ਕਰ ਜਾਏਗਾ। ਗੱਲ ਕੁਝ ਸਮਝ ਆਈ ਕਿ ਨਹੀਂ ਆਈ? Yes, sir.
ਕੀ ਸਮਝ ਆਇਆ ਕਿ ਸਿਰਫ ਅਸੀਂ ਇੱਕੋ ਹੀ ਚੀਜ਼ ਨੂੰ ਦੇਖ ਕੇ ਨਹੀਂ ਚੱਲਣਾ ਚਾਹੀਦਾ, ਮਤਲਬ ਕਿ ਉਹ ਹੋਰ ਕਿਸੇ ਵੀ ਫੀਲਡ 'ਚ ਬਹੁਤ ਜ਼ਿਆਦਾ ਵਧੀਆ ਹੋ ਸਕਦਾ। ਸਾਨੂੰ ਇੱਕ ਚੀਜ਼ 'ਚ ਲੱਗ ਰਿਹਾ ਕਿ ਇਹਦੇ 'ਚ ਨਹੀਂ ਬੋਲ ਰਿਹਾ, ਮਤਲਬ ਇਹ ਨੈਗੇਟਿਵ ਹੀ ਕੁਝ ਕਰ ਹੀ ਨਹੀਂ ਸਕਦਾ, ਪਰ ਅਸੀਂ ਉਹਨਾਂ ਨੂੰ ਉਹੋ ਜਿਹਾ ਇਨਵਾਇਰਨਮੈਂਟ ਦੇ ਕੇ ਉਹਨਾਂ ਦਾ ਦੇਖਣਾ ਹੈ ਕਿ ਉਹ ਕਿਸ ਲੈਵਲ ਤੱਕ ਮਤਲਬ ਕਿ ਡਿਵੈਲਪ ਕਰ ਸਕਦੇ ਆ, ਕਿਹੜੀ ਸਕਿੱਲਸ ਉਹਨਾਂ 'ਚ ਹੈਗੀਆਂ ਨੇ ਜੋ ਬਹੁਤ ਵਧੀਆ ਨੇ। ਹਾਂ ਤਾਂ ਬਿਹੇਵੀਅਰਲ ਅਸਲ 'ਚ ਰਵੀਨਾ ਇਸ ਨੂੰ ਐਡ ਕਰਦੇ ਹਾਂ ਹੋਰ ਬਿਹੇਵੀਅਰਲ ਅਸੈਸਮੈਂਟ ਬੱਚੇ ਦੇ ਡੋਮੀਨੇਟਿੰਗ ਬਿਹੇਵੀਅਰ ਨੂੰ ਆਇਡੈਂਟੀਫਾਈ ਕਰਨ ਲਈ ਤੁਹਾਨੂੰ ਪੁਸ਼ ਕਰਦੀ ਹੈ ਜਾਂ ਤੁਹਾਨੂੰ ਜਿਹੜਾ ਹੈ ਫੋਰਸ ਕਰਦੀ ਹੈ ਕਿ ਤੁਸੀਂ ਇਹ ਨਾ ਦੇਖੋ ਕਿ ਉਹ ਅਕੈਡਮਿਕ ਨਹੀਂ ਕਰ ਰਿਹਾ ਤਾਂ ਬੱਚਾ ਅੱਛਾ ਨਹੀਂ ਹੈ ਨਾ, ਅਸੀਂ ਬੱਚੇ ਦੇ ਅੰਦਰ ਕੀ ਹੈ ਸਰ ਹਾਂਜੀ ਸਰ ਇਹਦੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਸਟੋਰੀ ਦੱਸੀ, ਬੱਚੇ ਦਾ ਅਸੀਂ ਹਿਡਨ ਟੈਲੈਂਟ ਵੀ ਜਾਂ ਉਹਦੀ ਸਕਿੱਲ ਨੂੰ ਵੀ ਲੱਭ ਸਕਦੇ ਹਾਂ, ਹੈ ਨਾ, ਐਨਾਲਾਈਜ਼ ਕਰ ਸਕਦੇ ਹਾਂ ਕਿ ਹਾਂ ਵੀ ਕਿ ਅਗਰ ਜਿਵੇਂ ਸਾਨੂੰ ਨਹੀਂ ਪਤਾ ਹੁੰਦਾ, ਬਟ ਜਿਵੇਂ ਤੁਸੀਂ ਦੱਸਿਆ ਉਹ ਲੜਕੀ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਉਹ ਡਰਾਇੰਗ ਵਿੱਚ ਇੰਨਾ ਅੱਛੀ ਹੈ ਨਾ, ਬਟ ਜਦੋਂ ਮੈਡਮ ਨੇ ਉਹਨੂੰ ਫੋਰਸ ਕੀਤਾ ਜਾਂ ਮੈਡਮ ਨੇ ਉਹਦੇ ਵਿੱਚ ਕੁਝ ਦੇਖਿਆ ਹੋਣਾ ਤਾਂ ਹੀ ਉਹਨਾਂ ਨੂੰ ਪਤਾ ਚੱਲਿਆ ਨਾ। ਸੋ ਇਹ ਵੀ ਹੈ ਕਿ ਬਿਹੇਵੀਅਰ ਨੂੰ ਅਸੈਸ ਕਰਨ ਦੇ ਨਾਲ ਨਾਲ ਸਾਨੂੰ ਬੱਚੇ ਦੀ ਟ੍ਰੇਟਸ ਕਿਹਦੇ ਵਿੱਚ ਉਹ ਅੱਛਾ ਹੈ ਜਾਂ ਨਹੀਂ ਅੱਛਾ ਉਹ ਵੀ ਪਤਾ ਚੱਲ ਜਾਂਦਾ ਹੈ। ਕਈ ਵਾਰੀ ਬੱਚੇ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਤਾਂ ਵੀ ਐਨਾਲਾਈਜ਼ ਕਰਨ ਵਾਲੇ ਨੂੰ ਜਾਂ ਈਵੈਲੂਏਟ ਕਰਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ। ਹਾਂ ਬਿਲਕੁਲ ਅਸਲ ਬਿਹੇਵੀਅਰ ਅਸੈਸਮੈਂਟ ਇਹੀ ਕਹਿੰਦੀ ਹੈ ਕਿ ਬੱਚੇ ਦੇ ਡੋਮੀਨੇਟ ਕਰਦੇ ਬਿਹੇਵੀਅਰ ਨੂੰ ਅਸੈਸ ਕਰੋ, ਕਿਹੜੀ ਡੋਮੇਨ ਉਸ ਦੀ ਸਟਰੋਂਗ ਹੈ, ਜਿਹੜਾ ਉਹਦਾ ਸਟਰੈਂਥ ਪੁਆਇੰਟਸ ਨੇ ਉਸ ਨੂੰ ਅਸੀਂ ਰਿਫਾਈਨ ਕਰੀਏ। ਤੁਸੀਂ ਵੀਕ ਜ਼ੋਨ ਤੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਐਵਰੇਜ ਹੋ ਜਾਏਗਾ ਬੱਚਾ। ਜਿਹੜਾ ਬਹੁਤ ਪੂਅਰ ਉਹਦਾ ਇੰਜੀਨੀਅਰ ਹੈ, ਜਿਹੜੀ ਡੋਮੇਨ ਉਸ ਦੀ ਬਹੁਤ ਪੂਅਰ ਹੈ, ਉਸ ਨੂੰ ਬਹੁਤ ਡਰੈਗ ਕਰਕੇ ਤੁਸੀਂ ਐਵਰੇਜ ਲੈ ਆਓਗੇ। ਪਰ ਜਿਹੜੀ ਉਹਦੀ ਬਹੁਤ ਸਟਰੋਂਗ ਹੈ, ਜੇ ਉਸ ਨੂੰ ਪੁਸ਼ ਦਿਓ, ਜਿਵੇਂ ਅਸੀਂ ਕਹਿੰਦੇ ਹਾਂ ਕਿ ਸਚਿਨ ਤੇਂਦੁਲਕਰ ਮੈਟ੍ਰਿਕ ਫੇਲ ਹੋ ਗਿਆ ਹੈ ਨਾ, ਜੇ ਹੁਣ ਉਹਦੇ ਪੇਰੈਂਟਸ ਕਹਿੰਦੇ ਇਹਨੂੰ ਇੰਜੀਨੀਅਰ ਬਣਾਉਣਾ, ਸ਼ਾਇਦ ਉਹ ਕਦੇ ਅੱਛਾ ਇੰਜੀਨੀਅਰ ਨਾ ਬਣਦਾ, ਪਰ ਉਹਦੇ ਪੇਰੈਂਟਸ ਨੂੰ ਪਤਾ ਲੱਗਿਆ ਕਿ ਇਹਦੀ ਸਪੋਰਟਸ ਅੱਛੀ ਹੈ, ਉਹਦੇ ਕੋਚ ਨੂੰ ਪਤਾ ਲੱਗਿਆ ਇਹਦੀ ਸਪੋਰਟਸ ਅੱਛੀ ਹੈ, ਉਸਨੇ ਉਹਨੂੰ ਉਹਦੇ ਵਿੱਚ ਪੁਸ਼ ਕਰ ਦਿੱਤਾ ਔਰ ਉਹ ਵਰਲਡ ਦਾ ਰਿਨੌਨ ਜਿਹੜਾ ਹੈ ਬੈਟਸਮੈਨ ਬਣਦਾ ਹੈ। ਤਾਂ ਇਹ ਕਿਸ ਤਰ੍ਹਾਂ ਹੈ ਕਿ ਤੁਸੀਂ ਜਿਵੇਂ ਲਤਾ ਮੰਗੇਸ਼ਕਰ ਦੀ ਗੱਲ ਕਰ ਲਈਏ ਕਿ ਲਤਾ ਮੰਗੇਸ਼ਕਰ ਜਿਹੜੀ ਹੈ ਉਸਦੀ ਬਾਕੀ ਸਾਰੇ ਸਬਜੈਕਟ ਬਹੁਤ ਬੁਰੇ ਨੇ, ਉਹ ਜਿਹੜਾ ਹੈ ਸੰਸਕ੍ਰਿਤ ਅੱਛੀ ਹੈ ਔਰ ਉਸਦਾ ਜਿਹੜੀ ਹੈ ਰਿਦਮ ਅੱਛਾ ਹੈ, ਅਤੇ ਉਹਦੇ ਪੇਰੈਂਟਸ ਨੂੰ ਪਤਾ ਲੱਗਦਾ ਤਾਂ ਉਹ ਉਸਨੂੰ ਮਿਊਜ਼ਿਕ 'ਚ ਜਿਹੜਾ ਹੈ ਟ੍ਰੇਨ ਕਰ ਦਿੰਦੇ ਆ, ਅਤੇ ਅੱਜ ਉਹ ਮਤਲਬ ਇੰਡੀਆ ਦੀ ਵਨ ਆਫ ਦਾ ਬੈਸਟ ਐਂਡ ਵਰਸਟਾਈਲ ਜਿਹੜੀ ਹੈ ਸਿੰਗਰ ਮੰਨੀ ਜਾਂਦੀ ਹੈ, ਔਰ ਲੀਜੈਂਡ ਜਿਸ ਨੂੰ ਅਸੀਂ ਕਹਿੰਦੇ ਹਾਂ, ਲਿਵਿੰਗ ਲੀਜੈਂਡ। ਤਾਂ ਇਸ ਤਰ੍ਹਾਂ ਦੇ ਲੋਕ ਆਏ ਕਿਉਂਕਿ ਉਹਨਾਂ ਦੀ ਡੋਮੇਨ ਨੂੰ ਉਸ ਡੋਮੇਨ ਨੂੰ ਪੁਸ਼ ਕੀਤਾ ਗਿਆ ਜਿਹਦੇ 'ਚ ਉਹ ਸਟਰੋਂਗ ਸੀਗੇ। ਪਰ ਜੇਕਰ ਲਤਾ ਮੰਗੇਸ਼ਕਰ ਨੂੰ ਕਿਹਾ ਜਾਂਦਾ ਕਿ ਇਸ ਨੂੰ ਇੱਕ ਟੀਚਰ ਬਣਾਉਣਾ ਹੈ, ਸ਼ਾਇਦ ਉਹ ਨਾ ਬਣ ਪਾਉਂਦੀ। ਤਾਂ ਇਹ ਗੱਲਾਂ ਨੇ ਕਿ ਅਸੀਂ ਬਿਹੇਵੀਅਰ ਇਹ ਕਹਿੰਦਾ ਹੈ ਕਿ ਬਿਹੇਵੀਅਰਲ ਡੋਮੇਨ ਜੇ ਕਹਿੰਦੀਆਂ ਨੇ ਕਿ ਅਸੈਸ ਕਰੋ ਕਿਹੜਾ ਬਿਹੇਵੀਅਰ ਡੋਮੀਨੇਟ ਕਰਨ ਵਾਲਾ ਹੈ, ਜਿਸ ਨੂੰ ਅਸੀਂ ਰਿਫਾਈਨ ਕਰ ਸਕਦੇ ਹਾਂ। ਔਰ ਜਦੋਂ ਮੈਂ ਤੁਹਾਨੂੰ ਦੱਸਦਾ, ਜਦੋਂ ਮੈਨੂੰ ਪਤਾ ਲੱਗਿਆ ਕਿ ਸੰਦੀਪ ਆਰਟਸ 'ਚ ਬਹੁਤ ਅੱਛੀ ਹੈ, ਮੇਰੇ ਕੋਲ ਇਕਨੋਮਿਕਸ ਹੈ ਅਤੇ ਮੇਰੇ ਨਾਲ ਉਹਦਾ ਕਨਫਲਿਕਟ ਹੈ। ਕਨਫਲਿਕਟ ਐਵੇਂ ਹੈ ਕਿ ਉਹ ਬੱਚਾ ਕੀ ਕਰਦਾ ਹੈ ਕਿ ਮੇਰੀਆਂ ਅਸਾਈਨਮੈਂਟ ਟਾਈਮਲੀ ਸਬਮਿਟ ਨਹੀਂ ਕਰਦਾ। ਜੇ ਟਾਈਮਲੀ ਸਬਮਿਟ ਕਿਉਂਕਿ ਉਹਦਾ ਇੰਟਰਸਟ ਹੀ ਨਹੀਂ ਹੈ ਉਸ ਚੀਜ਼ 'ਚ, ਅਕੈਡਮਿਕ 'ਚ ਉਹਦਾ ਇੰਟਰਸਟ ਹੀ ਨਹੀਂ ਬਣ ਰਿਹਾ। ਅਸਾਈਨਮੈਂਟ ਟਾਈਮਲੀ ਸਬਮਿਟ ਨਹੀਂ ਕਰਦਾ ਤਾਂ ਮੇਰੀ ਥੋੜ੍ਹਾ ਜਿਹਾ ਉਸ ਤਰ੍ਹਾਂ ਦਾ ਸਟਾਈਲ ਹੈ ਕਿ ਜਿਹੜਾ ਟਾਈਮ ਬਾਉਂਡ ਕੰਮ ਨਹੀਂ ਕਰੇਗਾ ਤਾਂ ਉਹ ਬੱਚੇ ਨੂੰ ਮੈਂ ਅੱਛਾ ਰੇਟ ਨਹੀਂ ਕਰਦਾ। ਮੈਂ ਉਸਨੂੰ ਜਾਣੋ ਕਿ ਬੇਸਿਕ ਅਸੈਸਮੈਂਟ ਜਿਹੜੀ ਹੈ ਉਹ ਲਗਾਉਣਾ, ਔਰ ਕਿਉਂਕਿ ਉਹ ਫਸਟ ਸੈਕਿੰਡ ਸਮੈਸਟਰ ਦੇ ਰਿਜ਼ਲਟ ਆ ਚੁੱਕੇ, ਉਹਦੇ ਹੱਥ 'ਚੋਂ ਰਿਜ਼ਲਟ ਕਾਰਡ ਹੈ ਕਿ ਸਰ ਨੇ ਮੇਰੀ ਅਸੈਸਮੈਂਟ ਅੱਛੀ ਨਹੀਂ ਲਗਾਈ ਅਤੇ ਉਹ ਮੇਰੇ ਮਾਡਲ 'ਤੇ ਕੰਮ ਨਹੀਂ ਕਰਨਾ ਚਾਹੁੰਦੀ। ਪਰ ਮੈਨੂੰ ਪਤਾ ਹੈ ਕਿ ਇਸ ਬੱਚੇ ਕੋਲ ਉਹ ਸਕਿੱਲ ਹੈ ਕਿ ਮੈਂ ਇਹਦੇ ਤੋਂ ਕਲੇ ਮਾਡਲਿੰਗ ਕਰਾਉਣੀ ਹੈ। ਮੈਂ ਆਪਣੇ ਮਾਡਲ 'ਚ ਜਿਹੜਾ ਪ੍ਰਾਇਮਰੀ ਸੈਕਟਰ ਦਿਖਾਉਣਾ ਹੈ, ਉਹਦੇ 'ਚ ਮੈਂ ਬੁੱਲ ਕਾਰਡ ਬਣਾਉਣਾ ਹੈ, ਤਾਂ ਬੁੱਲ ਇਹ ਜਿਹੜਾ ਹੈ ਕਲੇ ਦੇ ਬੁੱਲ ਬਣਾ ਲੇਗੀ, ਔਰ ਕਾਰਡ ਜਿਹੜਾ ਹੈ ਉਹ ਡਿਵੈਲਪ ਕਰਨ ਦਾ ਇਹਦੇ ਕੋਲ ਸਕਿੱਲ ਹੈਗੀ ਹੈ, ਕਰ ਲੇਗੀ। ਔਰ ਜਿਹੜੀ ਹੈ ਫੂਡ ਟਰੇ ਇਹ ਬਣਾ ਲੇਗੀ, ਔਰ ਹੈਂਡਸ ਇਹ ਬਣਾ ਲੇਗੀ, ਕੁਕਸ ਇਹ ਬਣਾ ਲੇਗੀ, ਪੋਲਟਰੀ ਦਾ ਮੈਂ ਅੱਛਾ ਜਿਹੜਾ ਹੈ ਕੰਮ ਇਹਦੇ ਤੋਂ ਕਰਵਾ ਲਾਂਗਾ। ਮੈਂ ਦੇਖ ਰਿਹਾ ਕਿ ਬੱਚੇ ਕੋਲ ਸਕਿੱਲ ਹੈ, ਮੈਨੂੰ ਪਤਾ ਹੈ ਕਿ ਇਹਦੇ ਕੋਲ ਆਰਟ ਅੱਛੀ ਹੈ, ਇਹ ਕੱਟ ਆਊਟਸ ਅੱਛੇ ਬਣਾ ਲੇਗੀ, ਕਿਤੇ ਮੈਂ ਵੈਂਡਰ ਬਣਾਵਾਂਗਾ, ਕਿਤੇ ਮੈਂ ਕੋਈ ਟਰਾਂਸਪੋਰਟਰ ਬਣਾਵਾਂਗਾ, ਕਿਤੇ ਕੋਈ ਮੈਂ ਗ੍ਰੇਨ ਮਾਰਕੀਟ ਬਣਾਉਣ ਵਾਲਾ ਹਾਂ, ਤਾਂ ਉੱਥੇ ਮੈਨੂੰ ਹੈਲਪ ਹੋਣ ਵਾਲੀ ਹੈ। ਪਰ ਉਹ ਬੱਚਾ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ, ਪਰ ਕਿਉਂਕਿ ਸਾਨੂੰ ਉਹਦੀ ਡੋਮੇਨ ਪਤਾ ਲੱਗ ਜਾਂਦੀ ਹੈ, ਫਿਰ ਅਸੀਂ ਉਹ ਤੋਂ ਕੰਮ ਲੈ ਲੈਂਦੇ ਹਾਂ। ਤਾਂ ਇਸ ਤਰ੍ਹਾਂ ਨਾਲ ਅਸੀਂ ਜਿਹੜਾ ਹੈ ਬੱਚੇ ਦੇ ਉਸ ਡੋਮੇਨ ਨੂੰ ਜੇ ਟ੍ਰੇਸ ਕਰ ਪਾਈਏ ਤਾਂ ਅਸੀਂ ਉਸ ਨੂੰ ਬੈਟਰ ਹੈਲਪ ਕਰ ਪਾਉਂਦੇ ਹਾਂ। ਅਗਲੀ ਗੱਲ ਜਿਹੜੀ ਇਹਦੇ ਵਿੱਚੋਂ ਕਹਿੰਦੇ ਆ ਕਿ ਫੋਕਸ ਔਨ ਦਾ ਇੰਡੀਵਿਜੂਅਲ ਪਰਸਨ ਰੈਦਰ ਦੈਨ ਦਾ ਗਰੁੱਪ। ਅਸੀਂ ਇਹਦੇ ਵਿੱਚ ਉਸ ਨੂੰ ਕੰਪੈਰੀਜ਼ਨ ਨਹੀਂ ਕਰ ਰਹੇ, ਅਸੀਂ ਉਹਦੀ ਰੇਟਿੰਗ ਨਹੀਂ ਕਰ ਰਹੇ ਕਿ ਉਹਦਾ ਪੋਜੀਸ਼ਨ ਕੀ ਬਣ ਰਹੀ ਹੈ। ਮਤਲਬ
ਜਿਹੜੇ ਅੱਛੇ ਬੱਚੇ ਨੇ ਉਹਨਾਂ ਦੇ ਕੰਪੈਰੀਜ਼ਨ 'ਚ ਕਿੱਥੇ ਸਟੈਂਡ ਕਰਦਾ ਹੈ। ਕੋਈ ਨੋਰਮ ਨਹੀਂ ਹੈ ਕਿ ਉਹ 90% ਵਾਲੇ ਜਿਹੜੇ ਗਰੁੱਪ ਨੇ ਉਹਦੇ ਨਾਲੋਂ ਇਹਦਾ ਗੈਪ ਕਿੰਨਾ ਹੈ, ਇਸ ਤਰ੍ਹਾਂ ਦੀ ਕੁਝ ਨਹੀਂ ਹੈ। ਅਸੀਂ ਰੈਕਗਨਾਈਜ਼ ਕਰਦੇ ਹਾਂ ਇੰਡੀਵਿਜੂਅਲ ਡਿਫਰੈਂਸਿਸ ਇਨ ਦਾ ਬਿਹੇਵੀਅਰ। ਅਸੀਂ ਇਹ ਦੇਖਦੇ ਹਾਂ ਕਿ ਬੱਚੇ 'ਚ ਸਪੈਸ਼ਲ ਕੀ ਹੈ। ਕਹਿੰਦੇ ਨੇ ਕਿ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ, ਤਾਂ ਇਹ ਹਰ ਬੰਦੇ 'ਚ ਇੱਕ ਚੰਗਾ ਗੁਣ ਟ੍ਰੇਸ ਕਰਨ ਦੀ ਗੱਲ ਹੈ, ਤੇ ਜੇ ਚੰਗੇ ਨੂੰ ਰਿਫਾਈਨ ਕੀਤਾ Sir? ਹਾਂਜੀ ਬੇਟਾ। ਸਰ ਮੈਂ ਇੱਕ ਕੁਐਸਚਨ ਪੁੱਛਾਂ? ਹਾਂਜੀ ਸਰ ਜਿਵੇਂ ਤੁਹਾਨੂੰ ਉਹਦੀ ਟ੍ਰੇਡ ਪਤਾ ਲੱਗ ਗਈ ਕੁੜੀ ਦੀ, ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਅਸੈਸਮੈਂਟ ਅੱਛੀ ਲਾਈ ਜਾਂ ਨਹੀਂ ਅਕੈਡਮਿਕਸ ਨੂੰ ਦੇਖ ਕੇ ਉਹਦੀ ਅਸੈਸਮੈਂਟ ਆਈ ਤੁਸੀਂ? ਨਹੀਂ, ਹੁਣ ਉਹ ਬੱਚਾ ਹੁਣ ਹੋਰ ਉਹਦੀ ਡੋਮੇਨ ਬਦਲ ਗਈ। ਦੇਖੋ ਹੁਣ ਉਹ ਬੱਚਾ ਕਾਲਜ ਲਈ 2 ਗੋਲਡ ਲੈ ਕੇ ਆਇਆ, ਤਾਂ ਨੈਚੁਰਲ ਹੈ ਉਹ CCA 'ਚ ਟੌਪ ਕਰ ਗਿਆ, ਤਾਂ ਹੁਣ ਉਹਦੀ ਅਸੈਸਮੈਂਟ ਆਪਣੇ ਆਪ ਹੀ ਬੈਟਰ ਹੋ ਜਾਏਗੀ। ਪਰ ਜਿਹੜਾ ਉਹ ਪਿਛਲੇ 2 ਸਮੈਸਟਰ ਸੀ ਉਹ ਤਾਂ ਨਹੀਂ, ਹੁਣ ਕਿਉਂਕਿ ਉਹ ਡਿਗਰੀ ਛਪ ਕੇ ਆ ਚੁੱਕੀ ਹੈ, ਉਹਦੇ 'ਚ ਨਹੀਂ ਉਹ ਅੱਛਾ ਹੋਇਆ, ਪਰ ਅਗਲੇ 2 ਸਮੈਸਟਰ 'ਚ ਉਹ ਬਹੁਤ ਅੱਛਾ ਗੇਨ ਕਰ ਗਿਆ ਔਰ ਉਹਦੀ ਪਰਸੈਂਟੇਜ ਅੱਛੀ ਹੋ ਗਈ। ਔਰ ਬੱਚਾ ਫਿਰ ਜਦੋਂ ਉਸ 'ਤੇ ਗੋਲਡ ਆ ਗਏ ਫਿਰ ਉਹ ਮੇਰੇ ਨਾਲ ਅਟੈਚ ਹੋ ਗਿਆ। ਫਿਰ ਮੈਂ ਉਹਨੂੰ ਫੋਰਸ ਕਰਕੇ NSS ਦਾ ਕੈਂਪ ਲਗਵਾਇਆ ਕਿ ਤੂੰ ਮੇਰੇ ਨਾਲ NSS ਦਾ ਕੈਂਪ ਲਗਾ, ਤੇਰੀ ਵੇਟੇਜ ਵਧੇਗੀ। ਔਰ ਇੱਕ ਕੈਂਪ ਉਹਨੇ ਪਹਿਲਾਂ ਲਗਾਇਆ ਸੀ, ਇੱਕ ਮੇਰੇ ਨਾਲ ਲਗਾਇਆ। 2 ਕੈਂਪਸ ਦੇ ਉਹਨੂੰ 1 ਮਾਰਕਸ ਮਿਲਣ ਨਾਲ ਉਹਦੇ 10 ਰੈਂਕ ਉੱਪਰ ਚਲਾ ਗਿਆ ਮੈਰਿਟ 'ਚ, ਔਰ ਇਸੇ ਕਾਰਨ ਉਹ ਅੱਜ ਗਵਰਨਮੈਂਟ ਜੌਬ 'ਤੇ ਹੈ। ਔਰ ਮੇਰੀ ਪੂਰੀ ਪ੍ਰੋਫਾਈਲ 'ਚ ਪਹਿਲਾ ਬੱਚਾ ਹੈ ਜਿਹੜਾ ਰਿਜ਼ਲਟ ਬਾਅਦ 'ਚ ਆਇਆ, ਤੇ ਉਸ ਤੋਂ ਪਹਿਲਾਂ ਉਹ ਜੌਬ ਦੀ ਪਲੇਸਮੈਂਟ 'ਤੇ, ਔਰ ਹੁਣ ਉਹ ਭਾਵੇਂ ਬਾਰਡਰ ਸਾਈਡ 'ਤੇ ਉਹਨਾਂ ਨੂੰ ਮਿਲੇ 3 ਸਾਲ, ਉਹਨੇ ਗੁਰਦਾਸਪੁਰ ਵੱਲ ਜੌਬ ਕਰਨੀ ਹੈ, ਪਰ ਸ਼ੀਜ਼ ਮਤਲਬ ਔਨ ਗਵਰਨਮੈਂਟ ਰੋਲ। ਕਿੰਨੀ ਸਾਲ ਦੀ ਉਮਰ 'ਚ? 23 ਸਾਲ ਦੀ ਉਮਰ 'ਚ ਗਵਰਨਮੈਂਟ ਜੌਬ 'ਤੇ ਆ, ਔਰ ਉਹਦੇ ਕੋਲ 37 ਸਾਲ ਕਰਨ ਲਈ ਜੌਬ ਹੈ, 37 ਈਅਰ। ਮਤਲਬ ਮੈਂ ਦੇਖ ਰਿਹਾ ਕਿ ਕਿੰਨੀ ਵੱਡੀ ਪ੍ਰੋਫਾਈਲ ਉਸ ਬੱਚੇ ਦੀ ਬਣੀ। ਤਾਂ ਔਰ ਫਿਰ ਹੋਰ ਗੱਲ ਹੈ ਕਿ ਉਹਦੇ ਪੇਰੈਂਟਸ ਉਹਦਾ ਬ੍ਰਦਰ ਨਹੀਂ ਹੈ, ਦੋਨੋਂ ਸਿਸਟਰ ਹੀ ਨੇ, ਤੇ ਔਰ ਛੋਟੀ ਸਿਸਟਰ ਜਿਹੜੀ ਹੈ ਉਹ ਹੁਣ ਹੋਰ ਮੋਟੀਵੇਟ ਹੋ ਕੇ ਬੈਟਰ ਪੜ੍ਹ ਰਹੀ ਹੈ, ਔਰ ਉਹਦੇ ਨਾਲ ਉਹਦੀ ਵੀ ਲਾਈਫ ਜਿਹੜੀ ਹੈ ਹੋਰ ਬੈਟਰ ਹੋ ਜਾਏਗੀ। ਤਾਂ ਅਸੀਂ ਇਹ ਗੱਲ ਕਰ ਰਹੇ ਸੀ ਕਿ ਅਸੀਂ ਇੰਡੀਵਿਜੂਅਲ ਡਿਫਰੈਂਸਿਸ ਨੂੰ ਦੇਖਣਾ ਹੈ ਕਿ ਬੱਚਾ ਕਿਵੇਂ ਡਿਫਰੈਂਟ ਹੈ, ਉਹਦਾ ਐਕਸੈਪਸ਼ਨ ਕੀ ਹੈ, ਉਹਦੇ ਐਕਸਲੈਂਸ ਕੀ ਹੈ। ਅਸੀਂ ਐਕਸਲੈਂਸ ਨੂੰ ਡਿਟਰਮੀਨੇਟ ਕਰਨਾ ਹੈ, ਔਰ ਅਸੀਂ ਆਈਡੀਓਸਿੰਕ੍ਰੋਨੈਟਿਕ ਅਸੈਸਮੈਂਟ ਕਰਨੀ ਹੈ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਇੱਕ ਆਈਡਲ ਡੋਮੇਨ ਜਿਹੜੀ ਹੈ ਉਸ ਨੂੰ ਸਿੰਕਰੋਨਾਈਜ਼ ਕਰਨਾ ਹੈ ਕਿ ਅਸੀਂ ਇਹਦੇ ਵਿੱਚ ਉਸ ਨੂੰ ਕਿੰਨਾ ਬੈਟਰ ਕਰ ਸਕਦੇ ਹਾਂ, ਜਾਂ ਇਸ ਵਿੱਚ ਅਸੀਂ ਉਸ ਦੇ ਵਾਸਤੇ ਇੰਟਰਵੈਂਸ਼ਨ ਸਟ੍ਰੈਟਜੀ ਕੀ ਲੈ ਕੇ ਆ ਸਕਦੇ ਹਾਂ। ਇੱਕ ਬੱਚਾ ਆਰਟ ਅੱਛੀ ਕਰਦਾ ਹੈ, ਕਿ ਅਸੀਂ ਉਸ ਦੀ ਕੋਈ ਸਪੈਸ਼ਲ ਆਰਟ ਟ੍ਰੇਨਿੰਗ ਜਿਹੜੀ ਹੈ ਜਾਂ ਸਕਿੱਲ ਟ੍ਰੇਨਿੰਗ ਕਰਵਾ ਸਕਦੇ ਹਾਂ। ਕੋਈ ਬੱਚਾ ਸਟੇਜ ਅੱਛੀ ਕਰਦਾ ਹੈ, ਕਿ ਅਸੀਂ ਉਸ ਨੂੰ ਡਰਾਮਾ ਜਾਂ ਸਟੇਜ ਲਈ ਕੋਈ ਐਕਸਲੈਂਸ ਦੇ ਸਕਦੇ ਹਾਂ। ਕਿ ਇੱਕ ਬੱਚਾ ਜਿਹੜਾ ਹੈ ਉਹ ਅੱਛਾ ਸਾਇੰਸ ਕਰ ਰਿਹਾ, ਕਿ ਅਸੀਂ ਉਸ ਨੂੰ ਉਸ ਦੀ ਐਕਸਲੈਂਸ ਵੱਲ ਪੁਸ਼ ਕਰ ਸਕਦੇ ਹਾਂ। ਕੋਈ ਬੱਚਾ ਅੱਛਾ ਰਾਈਟਿੰਗ ਕਰ ਰਿਹਾ, ਕਿ ਅਸੀਂ ਉਸ ਦੀ ਉਸ ਨੂੰ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਦੀ ਅਸੀਂ ਆਈਡੀਓਗ੍ਰਾਫਿਕ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਆਈਡਲ ਬਣਾਉਣ ਦੀ ਗੱਲ, ਉਹ ਉਸ ਤਰ੍ਹਾਂ ਦੀ ਅਸੀਂ ਕੋਈ ਅਸੈਸਮੈਂਟ ਟੈਕਨੀਕ ਦੀ ਗੱਲ ਕਰ ਰਹੇ ਹਾਂ। ਅਗਲੀ ਕਹਿੰਦੇ ਹਾਂ ਕਿ ਹਾਈ ਐਮਫੈਸਿਸ ਇਜ਼ ਪਲੇਸਡ ਔਨ ਦਾ ਇੰਡੀਵਿਜੂਅਲ ਡਿਫਰੈਂਸਿਸ। ਅਸੀਂ ਇਹਦੇ ਵਿੱਚ ਪਹਿਲੀ ਵਾਰ ਕਹਿੰਦੇ ਹਾਂ ਕਿ ਮਤਲਬ ਸਾਰੇ ਐਬਸੋਲੂਟ ਨਹੀਂ ਹੈ, ਸਾਰੇ ਗੋਡ ਨਹੀਂ ਹੁੰਦੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ। ਹਰ ਕੋਈ ਆਇਨਸਟਾਈਨ ਨਹੀਂ ਹੋ ਸਕਦਾ, ਹਰ ਕੋਈ ਮਹਾਤਮਾ ਨਹੀਂ ਹੁੰਦਾ। ਤਾਂ ਅਸੀਂ ਇੰਡੀਵਿਜੂਅਲ ਡਿਫਰੈਂਸਿਸ ਨੂੰ ਰੈਕਗਨਾਈਜ਼ ਕਰਦੇ ਹਾਂ। ਇਹ ਕਿਹਾ ਗਿਆ ਕਿ ਬਿਹੇਵੀਅਰਲ ਅਸੈਸਮੈਂਟ ਅਸਲ 'ਚ ਜਿਹੜੇ ਡਿਫਰੈਂਸਿਸ ਨੇ ਉਹਨਾਂ ਨੂੰ ਰਿਲੇਟਿਵ ਟਰਮ 'ਚ ਦੇਖਦੀ ਹੈ ਕਿ ਇਹ ਬੱਚਾ ਦੂਸਰੇ ਨਾਲੋਂ ਕਿਵੇਂ ਬੈਟਰ ਹੈ। ਇਹ ਨਹੀਂ ਦੇਖਦੇ ਕਿ ਦੂਸਰੇ ਦੇ ਕੰਪੈਰੀਜ਼ਨ 'ਚ ਕਿੱਥੇ ਹੈ, ਇਹ ਦੂਸਰੇ ਨਾਲੋਂ ਐਕਸੈਪਸ਼ਨ 'ਚ ਕਿਵੇਂ ਹੈ। ਇਹ 'ਚ ਐਕਸੈਪਸ਼ਨ ਕੀ ਹੈ? ਹਰ ਬੰਦੇ ਵਿੱਚ ਗੁਣ ਚੰਗਾ ਹੋਵੇਗਾ, ਜੋ ਗੁਣਕਾਰੀ ਹੁੰਦਾ ਅਦਰਕ ਜਾਂ ਲਸਣ ਦੀ ਗੰਢੀ ਦਾ। ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਰਸ ਹੈ ਉਹ ਭਾਵੇਂ ਕੌੜਾ ਹੁੰਦਾ, ਪਰ ਅਦਰਕ ਦਾ ਵੀ ਕੌੜਾ ਹੁੰਦਾ, ਪਰ ਲਸਣ ਦਾ ਵੀ ਕੌੜਾ ਹੁੰਦਾ, ਪਰ ਉਹਦਾ ਇੱਕ ਰੈਮਡੀ ਹੈ, ਉਹ ਗੁਣ ਹੈ ਉਹਦਾ। ਤਾਂ ਅਸੀਂ ਇਸ ਨੂੰ ਸਮਝਣਾ ਹੈ ਕਿ ਹਰ ਬੰਦੇ 'ਚ ਕੁਝ ਨੈਗੇਟਿਵ ਹੋ ਸਕਦਾ ਹੈ, ਕੁਝ ਉਹਦੇ ਵੀਕ ਜ਼ੋਨਸ ਹੋ ਸਕਦੇ ਆ। ਜਿਵੇਂ ਮੈਂ ਤੁਹਾਨੂੰ ਇੱਕ ਜਿਹੜਾ ਹੈ ਛੋਟੀ ਜਿਹੀ ਸਟੋਰੀ ਸੁਣਾ ਦਿੰਦਾ ਕਿ ਕਹਿੰਦੇ ਆ ਕਿ ਮਾਈਕ ਟਾਇਸਨ ਸੁਣਿਆ? ਮਾਈਕ ਟਾਇਸਨ ਬਾਰੇ ਸੁਣਿਆ ਕਿਸੇ ਨੇ? ਮਾਈਕ ਟਾਇਸਨ ਬਾਰੇ ਸੁਣਿਆ ਤੁਸੀਂ? ਨੋ ਸਰ। ਹਾਂ, ਵਰਲਡ ਹੈਵੀਵੇਟ ਜਿਹੜਾ ਹੈ ਬਾਕਸਰ ਹੈ, ਔਰ ਮਤਲਬ ਚੈਂਪੀਅਨ ਕਿੰਨੇ ਸਾਲ ਰਿਹਾ? ਕੋਈ ਮੈਨੂੰ ਲੱਗਦਾ 10-15 ਸਾਲ ਉਹ ਪਰਸਨ ਜਿਹੜਾ ਹੈ ਵਰਲਡ ਚੈਂਪੀਅਨ ਰਿਹਾ। ਮਾਈਕ ਟਾਇਸਨ ਸਕੂਲ ਦੇ ਵਿੱਚ ਹੈ, ਪ੍ਰਾਇਮਰੀ ਸਕੂਲ ਦੇ ਵਿੱਚ ਹੈ, ਔਰ ਬੜਾ ਬੁਲਿੰਗ ਟਾਈਪ ਦਾ ਸਟੂਡੈਂਟ ਹੈ। ਪੇਰੈਂਟਸ ਦੀ ਜਿਹੜੀ ਹੈ ਮੈਰਿਡ ਲਾਈਫ ਬੜੀ ਸੈਟਲ ਨਹੀਂ ਹੁੰਦੀ,
ਮਦਰ ਰੀਮੈਰਿਜ ਕਰਦੀ ਹੈ ਤੇ ਜਿਹੜਾ ਮਤਲਬ ਫਾਦਰ ਹੈ, ਮੈਟਰਨਲ ਜਿਹੜਾ ਫਾਦਰ ਹੈ, ਉਹ ਬਹੁਤ ਅੱਛਾ ਬਿਹੇਵ ਨਹੀਂ ਕਰਦਾ ਤੇ ਇਸੇ ਕਾਰਨ ਔਰ ਉਹ ਬੱਚੇ ਦੀ ਜਿਹੜੀ ਸਟਰੈਂਥ ਹੈ ਉਹ ਬਹੁਤ ਫਿਜ਼ੀਕਲ ਸਟਰੈਂਥ ਅੱਛੀ ਹੈ, ਹਾਈਟ ਅੱਛੀ ਹੈ, ਔਰ ਉਹ ਬੱਚਾ ਜਿਹੜਾ ਹੈ ਇੱਕ ਤਰ੍ਹਾਂ ਨਾਲ ਅਗਰੈਸਿਵ ਬਿਹੇਵੀਅਰ 'ਚ ਚਲਾ ਜਾਂਦਾ ਕਿਉਂਕਿ ਘਰੇ ਰੋਜ਼ ਜਿਹੜੀ ਹੈ ਮਾਰ ਕੁੱਟ ਹੁੰਦੀ ਹੈ ਤਾਂ ਉਸ ਤਰ੍ਹਾਂ ਦਾ ਬਿਹੇਵੀਅਰ ਹੋ ਜਾਂਦਾ ਔਰ ਉਹ ਬੁਲਿੰਗ ਟਾਈਪ ਦਾ ਹੋ ਜਾਂਦਾ, ਆਪਣੇ ਪੀਅਰ ਨਾਲ ਬੜਾ ਅਡੈਪਟ ਨਹੀਂ ਕਰ ਪਾਉਂਦਾ, ਹਰ ਇੱਕ ਨਾਲ ਲੜਦਾ ਹੈ, ਝਗੜਦਾ ਹੈ, ਮਾਰ ਕੁੱਟ ਕਰਦਾ ਹੈ। ਔਰ ਪ੍ਰਿੰਸੀਪਲ ਬੜਾ ਦੁਖੀ ਹੈ, ਪੇਰੈਂਟਸ ਨੂੰ ਕਾਲ ਕਰਦਾ ਹੈ। ਉਸੇ ਦਿਨ ਇੱਕ ਨਵਾਂ ਪੀਟੀ ਟੀਚਰ ਸਕੂਲ ਜੁਆਇਨ ਕਰਦਾ ਤੇ ਉਹ ਪ੍ਰਿੰਸੀਪਲ ਨੂੰ ਮਿਲਣ ਲਈ ਜੁਆਇਨਿੰਗ ਲਈ ਆ ਰਿਹਾ ਹੁੰਦਾ ਤੇ ਬਾਹਰ ਗੇਟ ਤੇ ਮਾਈਕ ਟਾਇਸਨ ਕਿਸੇ ਨਾਲ ਲੜ ਰਿਹਾ ਔਰ ਬਾਕਸਿੰਗ ਦੇ ਉਹ ਦੇਖਦਾ ਹੈ ਕਿ ਇਸ ਬੱਚੇ ਦੀ ਜਿਹੜਾ ਬਾਕਸਿੰਗ ਦਾ ਪੰਚ ਹੈ, ਇਹਦਾ ਹੈਂਡ ਦਾ ਜਿਹੜਾ ਪੰਚ ਹੈ ਉਹਦੇ ਵਿੱਚ ਬੜੀ ਪਾਵਰ ਹੈ, ਠੀਕ ਹੈ। ਔਰ ਜਦੋਂ ਉਹ ਉਹਨੂੰ ਲੜਦੇ ਹੋਏ ਨੂੰ ਦੇਖ ਕੇ ਕ੍ਰਾਸ ਕਰਕੇ ਪ੍ਰਿੰਸੀਪਲ ਆਫਿਸ ਜਾਂਦਾ ਤਾਂ ਹਲੇ ਉਹ ਬੈਠਾ ਹੀ ਹੁੰਦਾ ਕਿ ਉਹ ਪ੍ਰਿੰਸੀਪਲ ਉਹਦੇ ਪੇਰੈਂਟਸ ਤੇ ਉਹ ਬੱਚੇ ਨੂੰ ਇਨਵਾਈਟ ਕਰ ਲੈਂਦਾ ਤਾਂ ਉਹ ਅੰਦਰ ਆ ਜਾਂਦੇ ਆ ਤੇ ਉਹ ਕਹਿ ਰਿਹਾ ਕਿ ਮੈਂ ਇਹਨੂੰ ਟਰਮੀਨੇਟ ਕਰ ਰਿਹਾ, ਮੈਂ ਇਹਨੂੰ ਟ੍ਰਾਂਸਫਰ ਸਰਟੀਫਿਕੇਟ ਦੇ ਰਿਹਾ, ਤੁਸੀਂ ਇਸ ਨੂੰ ਕਿਸੇ ਹੋਰ ਸਕੂਲ ਲੈ ਜਾਓ, ਅਸੀਂ ਇਸ ਨੂੰ ਨਹੀਂ ਰੱਖ ਸਕਦੇ। ਤਾਂ ਸਡਨ ਉਹ ਬੱਚੇ ਦਾ ਹੱਥ ਫੜ ਲੈਂਦਾ, ਪੀਟੀ ਟੀਚਰ ਖੜਾ ਹੋ ਕੇ ਕਹਿੰਦਾ ਸਰ ਇਹ ਬੱਚਾ ਮੈਨੂੰ ਦੇ ਦਿਓ, ਮੈਂ ਇਸ ਨੂੰ ਸਟੇਟ ਔਰ ਨੈਸ਼ਨਲ ਵਿਨਰ ਬਣਾਵਾਂਗਾ। ਪ੍ਰਿੰਸੀਪਲ ਬੜਾ ਹੈਰਾਨ ਹੈ, ਉਹ ਕਹਿੰਦਾ ਕਿ ਇਹ ਤਾਂ ਬੜਾ ਬੁਲਿੰਗ ਹੈ, ਇਹ ਤਾਂ ਬੜਾ ਬਦਤਮੀਜ਼ ਟਾਈਪ ਦਾ ਬੱਚਾ, ਤੂੰ ਇਹਦਾ ਕੀ ਕਰੇਗਾ? ਕਹਿੰਦਾ ਸਰ ਇਹਦੇ ਵਰਗਾ ਪੰਚ ਮੈਂ ਅੱਜ ਤੱਕ ਆਪਣੀ ਲਾਈਫ 'ਚ ਕਿਸੇ ਬੱਚੇ ਦਾ ਨਹੀਂ ਦੇਖਿਆ ਇਸ ਏਜ ਦਾ, ਜਿੰਨਾ ਇਹਦਾ ਸਟਰੋਂਗ ਪੰਚ ਹੈ, ਮੈਂ ਇਸ ਨੂੰ ਬਾਕਸਰ ਬਣਾਵਾਂਗਾ। ਉਹ ਹੈਵੀ ਵੇਟ ਬਾਕਸਰ ਬਣਦਾ, ਜਿਹਨੂੰ ਅਸੀਂ ਕਹਿੰਦੇ ਨਾ ਕਿ ਬਿਹੇਵੀਅਰ ਨੂੰ ਆਈਡੈਂਟੀਫਾਈ ਕਰ ਲਿਆ ਔਰ ਚੈਨਲਾਈਜ਼ ਕਰ ਦਿੱਤਾ। ਬੱਚਾ ਬੁਲਿੰਗ ਹੈ, ਅਕੈਡਮਿਕ ਅੱਛਾ ਨਹੀਂ ਹੈ, ਬੜਾ ਐਰੋਗੈਂਟ ਬਿਹੇਵੀਅਰ ਹੈ, ਇਨਡਿਸਿਪਲਿਨ ਹੈ, ਬੜਾ ਬਦਤਮੀਜ਼ ਟਾਈਪ ਦਾ, ਪਰ ਉਹ ਬੜਾ ਅੱਛਾ ਸਪੋਰਟਸ ਪਰਸਨ ਬਣਦਾ। ਹਾਲਾਂਕਿ ਉਹਦਾ ਅਗਰੈਸ਼ਨ ਨਹੀਂ ਖਤਮ ਹੁੰਦਾ, ਇੱਕ ਮੈਚ ਦੇ ਵਿੱਚ ਉਹ ਆਪਣੇ ਓਪੋਨੈਂਟ ਦਾ ਕੰਨ ਕੱਟ ਕੇ ਖਾ ਜਾਂਦਾ, ਪਾੜ ਕੇ ਮਤਲਬ ਚਬਾ ਜਾਂਦਾ, ਇੰਨਾ ਅਗਰੈਸਿਵ ਬਿਹੇਵੀਅਰ ਰਹਿੰਦਾ, ਪਰ ਜਿਹੜਾ ਟੀਚਰ ਹੈ ਉਹਦੇ ਚੋਂ ਉਹਦਾ ਬੈਸਟ ਲੈ ਲੈਂਦਾ। ਗੱਲ ਸਮਝ ਆ ਰਹੀ ਕੀ ਕਹਿ ਰਹੇ? ਹਾਂਜੀ ਸਰ। ਹਾਂ, ਯੈਸ ਸਰ। ਅਸੀਂ ਹਰ ਬੱਚੇ ਚੋਂ ਵੀ ਇੱਕ ਛੋਟੇ ਜਿਹੇ ਜੋ ਵੀ ਬੈਸਟ ਲੱਭ ਕੇ ਉਸ ਨੂੰ ਰਿਫਾਈਨ ਕਰ ਸਕਦੇ ਹਾਂ ਔਰ ਉਹੀ ਬੱਚੇ ਦੀ ਲਾਈਫ ਸੈਟਲ ਕਰ ਸਕਦਾ ਹੈ। ਔਰ ਉਹ ਤੁਸੀਂ ਦੇਖੋ ਕਿ ਜਿਹੜਾ ਹੈ ਇੱਕ ਸਟੋਰੀ ਕਿਸ ਤਰ੍ਹਾਂ ਬਣਦੀ ਹੈ ਕਿ ਇੱਕ ਟੀਚਰ ਸਾਰੇ ਉਸ ਨੂੰ ਜਦੋਂ ਨੈਗੇਟਿਵ ਦੇਖ ਰਹੇ ਇੱਕ ਟੀਚਰ ਉਸ ਚੋਂ ਪੋਜ਼ਿਟਿਵ ਲੱਭ ਲੈਂਦਾ। ਤਾਂ ਅਸੀਂ ਕਹਿੰਦੇ ਹਾਂ ਕਿ ਰੈਲੀਵੈਂਟ ਬਿਹੇਵੀਅਰ ਦੇਖਣਾ ਹੈ ਰਿਲੇਟਿਵ ਟਰਮ 'ਚ, ਉਹ ਬੱਚਾ ਆਪਣੇ ਸੈਲਫ ਲਈ ਕਿੰਨਾ ਅੱਛਾ ਹੈ, ਠੀਕ ਹੈ। ਤਾਂ ਅਸੀਂ ਕਹਿੰਦੇ ਹਾਂ ਕਿ ਇਹ ਮਾਈਂਡ 'ਚ ਰੱਖਣਾ ਹੈ ਕਿ ਸਰਟਨ ਬਿਹੇਵੀਅਰ ਜਿਹੜਾ ਹੈ ਉਹ ਬੱਚਾ ਅਬਨੋਰਮਲ ਕਿਵੇਂ ਹੈ, ਦੂਸਰਿਆਂ ਨਾਲੋਂ ਕਿਵੇਂ ਅਬਨੋਰਮਲ ਹੈ। ਜੇ ਉਹ ਅਬਨੋਰਮਲ ਹੈ ਤੇ ਅਸੀਂ ਉਸ ਅਬਨੋਰਮਲ ਤੋਂ ਉਸ ਲਈ ਪੋਜ਼ਿਟਿਵ ਕਿਵੇਂ ਕ੍ਰੀਏਟ ਕਰ ਸਕਦੇ ਹਾਂ। ਇਸ ਲਈ ਅਸੀਂ ਜਿਹੜਾ ਹੈ ਇੰਡੀਵਿਜੂਅਲ ਬਿਹੇਵੀਅਰ ਜਿਹੜਾ ਹੈ ਉਸ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਿਹੇਵੀਅਰਲ ਅਸੈਸਮੈਂਟ ਦੇ ਵਿੱਚ, ਠੀਕ ਹੈ। ਅਗਲੀ ਗੱਲ ਅਸੀਂ ਇਹਦੇ ਵਿੱਚ ਜਿਹੜੀ ਕਰਨੀ ਹੈ ਉਹ ਹੈ ਕਿ ਉਹ ਕਹਿੰਦਾ ਕਿ all behavioral assessment techniques not only look for causes but try to solve the problem concerned once the cause is known। ਉਹ ਕਹਿੰਦੇ ਕਿ ਇੱਥੇ ਅਸੀਂ ਬਿਹੇਵੀਅਰ 'ਚ ਬੱਚੇ ਦਾ ਵੀਕ ਏਰੀਆ ਜਾਂ ਅਸੀਂ ਉਸਨੂੰ ਡਾਇਗਨੋਸ ਕਰਨ ਤੋਂ ਬਾਅਦ ਸਿਰਫ ਇੰਨਾ ਹੀ ਦੇਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਉਹ ਬੱਚਾ ਜਿਹੜਾ ਹੈ ਉਹਦੇ ਪ੍ਰੋਬਲਮ ਦੇ ਕੀ ਕਾਰਨ ਨੇ। ਅਸਲ 'ਚ ਬਿਹੇਵੀਅਰਲ ਅਸੈਸਮੈਂਟ ਇਹ ਹੁੰਦੀ ਹੈ ਕਿ ਅਸੀਂ ਅਸਿਸਟ ਕਿਵੇਂ ਕਰ ਸਕਦੇ ਹਾਂ ਬੱਚੇ ਲਈ, ਅਸੀਂ ਕਿਹੜਾ ਅਲਟਰਨੇਟ ਜਿਹੜਾ ਹੈ ਪ੍ਰੋਵਾਈਡ ਕਰੀਏ ਕਿ ਉਹਦੀ ਉਹ ਪ੍ਰੋਬਲਮ 'ਚੋਂ ਬਾਹਰ ਆ ਜਾਏ, ਓਵਰਕਮ ਕਰ ਜਾਏ ਉਸ ਪ੍ਰੋਬਲਮ 'ਚੋਂ। ਹੁਣ ਬੱਚਾ ਜਿਹੜਾ ਹੈ ਜਿਵੇਂ ਮਾਈਕ ਟਾਇਸਨ ਦੀ ਗੱਲ ਕਰੀਏ ਕਿ ਉਹ ਪਰਸਨੈਲਿਟੀ ਕ੍ਰਾਈਸਿਸ 'ਚ ਹੈ ਕਿ ਘਰੇ ਉਸਦਾ ਪੇਰੈਂਟਸ ਉਸ ਨੂੰ ਵੇਟ ਨਹੀਂ ਦਿੰਦੇ, ਅਡੋਲੇਸੈਂਟ ਹੈ, ਕੁੱਟਮਾਰ ਹੁੰਦੀ ਹੈ, ਉਹ ਈਗੋ ਹਰਟ ਹੋ ਰਹੀ ਹੈ। ਪਰ ਜਦੋਂ ਹੀ ਉਹ ਬੱਚਾ ਸਪੋਰਟਸ ਜਾਂਦਾ ਹੈ ਤੇ ਪਹਿਲੇ ਸਾਲ ਹੀ ਉਹ ਆਪਣਾ ਡਿਸਟ੍ਰਿਕਟ ਪ੍ਰਾਈਜ਼ ਵਿਨ ਕਰਦਾ ਹੈ, ਸਕੂਲ ਸੈਰਮਨੀ ਹੁੰਦੀ ਹੈ, ਉਸ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਉਸ ਬੱਚੇ ਦੀ ਈਗੋ ਹੁੰਦੀ ਹੈ ਕਿ ਮੇਰਾ ਵੇਟੇਜ ਹੋ ਗਿਆ ਔਰ ਉਹ ਬੱਚਾ ਨਾਰਮਲ ਹੋਣਾ ਸ਼ੁਰੂ ਹੁੰਦਾ ਹੈ ਤੇ ਫਿਰ ਉਹ ਅਗਲੇ 5 ਸਾਲ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਨੈਸ਼ਨਲ ਹੈਵੀ ਵੇਟ ਬਣਦਾ। ਤਾਂ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਬਿਹੇਵੀਅਰ ਦੀ ਜਿਹੜੀ ਡੈਫੀਸ਼ੀਐਂਸੀ ਹੈ ਜਾਂ ਜਿਹੜੀ ਡੀਮੈਰਿਟ ਹੈ ਜਾਂ ਜਿਹੜੀ ਪ੍ਰੋਬਲਮ ਹੈ ਅਸੀਂ ਉਸ ਨੂੰ ਸੋਲਵ ਕਰਨਾ ਹੈ। ਸੋਲਵ ਕਿਵੇਂ ਕਰਨਾ ਹੈ, ਉਹਦੇ ਲਈ ਕਿਹੜੀ ਇੰਟਰਵੈਂਸ਼ਨ ਸਟ੍ਰੈਟਜੀ ਲੈ ਕੇ ਆਂਦੀ ਗਈ ਕਿ ਬੱਚੇ ਨੂੰ ਅਕੈਡਮਿਕਸ 'ਚੋਂ ਕੱਢ ਕੇ ਸਪੋਰਟਸ 'ਚ ਪਾ ਦਿੱਤਾ ਗਿਆ, ਹੁਣ ਉਹ ਸਪੋਰਟਸ 'ਚ ਐਕਸੈਲ ਕਰ ਗਿਆ। ਤਾਂ ਇਹਦਾ ਮਤਲਬ ਹੈ ਬਿਹੇਵੀਅਰਲ ਜਿਹੜਾ ਹੈ ਪ੍ਰੋਬਲਮ ਨੇ ਅਸੀਂ ਉਹਨਾਂ ਚੋਂ ਵੀ ਅਸੀਂ ਉਸ ਦੇ ਵਾਸਤੇ ਸੋਲਿਊਸ਼ਨ ਪ੍ਰੋਵਾਈਡ ਕਰਨਾ ਹੈ ਤਾਂ ਕਿ ਬੱਚਾ ਮਾਲ ਐਡਜਸਟਡ ਨਾ ਹੋਵੇ ਔਰ ਉਹ ਬੈਟਰਮੈਂਟ ਕਰ ਸਕੇ। ਇਸ ਲਈ ਅਸੀਂ ਇਹਦੇ ਵਿੱਚ ਕੰਮ ਕਰਨਾ। ਅਗਲੀ ਗੱਲ ਉਹ ਕੀ ਕਹਿੰਦੇ ਆ ਕਿ
to focus on the developing the adaptive behavior in the individual ਦਾ ਫੋਕਸ ਕੀ ਹੈ। ਅਸੀਂ ਜਦੋਂ ਬਿਹੇਵੀਅਰ ਦੇਖ ਲਿਆ ਕਿ ਬੱਚਾ ਇਰੀਟੇਟਿੰਗ ਹੈ, ਬੱਚਾ ਡਰਾਉਣ ਟਾਈਪ ਦਾ ਹੈ, ਬੱਚਾ ਬੁਲਿੰਗ ਹੈ, ਤਾਂ ਕੀ ਅਸੀਂ ਉਸ ਨੂੰ ਉਸਦੀ ਮਰਜ਼ੀ ਤੇ ਛੱਡ ਦੇਣਾ? ਨਹੀਂ, ਅਸੀਂ ਡਿਵੈਲਪ ਕਰਨਾ ਉਹਦੇ ਚੋਂ ਅਡੈਪਟਿਵ ਪੋਜ਼ਿਟਿਵ ਐਂਡ ਡਿਜ਼ਾਇਰੇਬਲ ਬਿਹੇਵੀਅਰ ਰੈਦਰ ਦੈਨ ਕਿ ਅਸੀਂ ਉਸ ਨੂੰ, ਜੇ ਅਸੀਂ ਕਿਸੇ ਡਰਾਉਣ ਟਾਈਪ ਦੇ, ਕਿਸੇ ਬੁਲਿੰਗ ਟਾਈਪ ਦੇ ਬੱਚੇ ਨੂੰ ਪਨਿਸ਼ ਕਰਕੇ ਡਿਸਿਪਲਿਨ ਕਰਨ ਦੀ ਕੋਸ਼ਿਸ਼ ਕਰੀਏ ਕਿ ਅਸੀਂ ਉਸਦੇ ਬਿਹੇਵੀਅਰ ਨੂੰ ਕੰਟਰੋਲ ਕਰਨਾ ਹੈ, ਤਾਂ ਉਹ ਪੋਸੀਬਲ ਨਹੀਂ ਹੈ। ਪਰ ਅਸੀਂ ਉਸ ਬੱਚੇ 'ਚ ਪੋਜ਼ਿਟਿਵ ਬਿਹੇਵੀਅਰ ਡਿਵੈਲਪ ਕਰ ਸਕਦੇ ਹਾਂ, ਪਰ ਉਹਦੇ ਲਈ ਸਾਨੂੰ ਉਹਦੇ ਨਾਲ ਚੱਲਣਾ ਪਏਗਾ, ਉਹਦੇ ਲਈ ਐਫਰਟ ਕਰਨਾ ਪਏਗਾ, ਉਹਦੇ 'ਚ ਚੇਂਜ ਲੈ ਕੇ ਆਉਣੀ ਪਏਗੀ ਪੋਜ਼ਿਟਿਵ, ਔਰ ਉਹਨੂੰ ਅਡੈਪਟਿਵ ਬਣਾਉਣਾ ਪਏਗਾ। ਠੀਕ ਹੈ, ਤਾਂ ਫਿਰ ਉਹ ਜੋ ਮਾਈਕ ਟਾਇਸਨ ਨਾਲ ਹੁੰਦਾ ਹੈ ਕਿ ਬੁਲਿੰਗ ਹੈ, ਜੇ ਉਹਨੂੰ ਪ੍ਰਿੰਸੀਪਲ ਨੇ ਬੜਾ ਜ਼ੋਰ ਲਾ ਲਿਆ ਕਿ ਇਹਨੂੰ ਰੋਜ਼ ਸਜ਼ਾ ਦਿਓ ਜੀ, ਇਹ 4 ਰਾਊਂਡ ਲਗਾਏਗਾ ਗਰਾਊਂਡ ਦੇ, ਇਸ ਨੂੰ ਪਨਿਸ਼ ਕਰੋ, ਇਹ ਕਲਾਸ 'ਚ ਐਂਟਰ ਨਾ ਕਰੇ, ਬਾਹਰ ਖੜਾ ਰਵੇ, ਸਾਰਾ ਕੁਝ ਕਰਕੇ ਦੇਖ ਲਿਆ, ਪਰ ਉਹ ਕੰਟਰੋਲ ਨਹੀਂ ਹੋ ਪਾ ਰਿਹਾ। ਪਰ ਇੱਕ ਟੀਚਰ ਹੈ ਜਿਹੜਾ ਉਸਨੂੰ ਗਰਾਊਂਡ 'ਚ ਲੈ ਕੇ ਨਿਕਲਦਾ, ਸੁਬਾਹ ਉਸ ਨਾਲ ਰਨ ਕਰਦਾ, ਉਹਦਾ ਜਿਹੜੀ ਪਸੀਨਾ ਹੈ ਉਹ ਉੱਥੇ ਨਿਕਲਦਾ, ਉਹਦਾ ਵਾਰਮ ਉੱਥੇ ਨਿਕਲਦਾ, ਉਹਦਾ ਗੁੱਸੇ ਨੂੰ ਗਰਾਊਂਡ 'ਚ ਬਦਲਿਆ ਜਾਂਦਾ। ਉਹ ਜਿੰਨਾ ਉਸ ਨੂੰ ਗੁੱਸਾ ਆਉਂਦਾ ਉਹਨੂੰ ਕਹਿੰਦੇ ਕਿ ਓਪੋਨੈਂਟ ਨੂੰ ਪੁਸ਼ ਕਰ ਲੈ, ਮਾਰਨਾ ਹੀ ਹੈ ਨਾ ਉਸਨੇ, ਉਹ ਉਸ ਨੂੰ ਮਾਰਦਾ ਹੈ, ਪਰ ਉਹ ਮਾਰਨ 'ਚ ਟੈਕਨੀਕ ਪਾ ਦਿੱਤੀ ਜਾਂਦੀ ਹੈ, ਔਰ ਟੈਕਨੀਕ ਉਸ ਨੂੰ ਹੈਵੀਵੇਟ ਬਣਾ ਦਿੰਦੀ ਹੈ। ਤਾਂ ਅਸੀਂ ਪੋਜ਼ਿਟਿਵ ਅਡੈਪਟਿਵ ਬਿਹੇਵੀਅਰ ਕਿਵੇਂ ਚੇਂਜ ਲੈ ਕੇ ਆਈਏ ਕਿ ਸਾਡੇ ਕੋਲ ਡਿਜ਼ਾਇਰੇਬਲ ਬਿਹੇਵੀਅਰ ਆ ਜਾਵੇ। ਹੁਣ ਅਸੀਂ ਚਾਹੁੰਦੇ ਹਾਂ, ਪਹਿਲਾਂ ਅਸੀਂ ਚਾਹੁੰਦੇ ਸੀ ਉਹ ਮਾਰੇ ਨਾ ਦੂਸਰੇ ਨੂੰ, ਆਪਣੇ ਪੀਅਰ ਨੂੰ ਮਾਰੇ ਨਾ, ਹੁਣ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਵਿਰੋਧੀ ਨੂੰ ਮਾਰੇ, ਪਰ ਟੈਕਨੀਕ ਨਾਲ ਮਾਰੇ, ਉਹ ਤੋਂ ਮਾਰ ਖਾਏ ਨਾ, ਤਾਂ ਕਿ ਉਹ ਵਿਨ ਕਰੇ। ਤੇ ਇਹਦਾ ਮਤਲਬ ਅਸੀਂ ਡਿਜ਼ਾਇਰੇਬਲ ਬਿਹੇਵੀਅਰ ਕਿਵੇਂ ਡਿਵੈਲਪ ਕਰਨਾ ਹੈ। ਇਹ ਗੱਲ ਕਿਸੇ ਨੂੰ ਸਮਝ ਆਈ ਹੋਵੇ ਤਾਂ ਮੈਨੂੰ ਸਮਝਾਵੇ, ਮੈਂ ਜੋ ਹੁਣ ਕਿਹਾ। सर उसको पॉजिटिव एटीट्यूड बनाना है ताकि वो एक्सेल कर सके उस चीज में। ਨਹੀਂ ਸਰ ਜਿਹੜੀਆਂ ਉਹਦੀਆਂ ਨੈਗੇਟਿਵ ਅਸੀਂ ਕਹਿ ਸਕਦੇ ਹਾਂ ਕਿ ਨੈਗੇਟਿਵ ਬਿਹੇਵੀਅਰ ਹੈ, ਉਹਨੂੰ ਕਿੱਦਾਂ ਅਸੀਂ ਚੈਨਲਾਈਜ਼ ਕਰਨਾ ਤਾਂ ਕਿ ਉਹੀ ਉਹਦਾ ਨੈਗੇਟਿਵ ਬਿਹੇਵੀਅਰ ਪੋਜ਼ਿਟਿਵ ਬਿਹੇਵੀਅਰ ਵਿੱਚ ਬਦਲੇ, ਜੋ ਕਿ ਬਾਅਦ ਵਿੱਚ ਉਹਨੂੰ ਬੈਨੀਫੀਸ਼ੀਅਲ, ਉਹਦੇ ਲਈ ਬੈਨੀਫੀਸ਼ੀਅਲ ਹੋਵੇ। ਜੋ ਜਿਵੇਂ ਤੁਸੀਂ ਦੱਸਿਆ ਕਿ ਉਹ ਲੜਦਾ ਝਗੜਦਾ ਸੀ ਜਾਂ ਅਕੈਡਮਿਕਸ ਵਿੱਚ ਅੱਛਾ ਨਹੀਂ ਸੀ, ਸਾਡੇ ਲਈ ਤਾਂ ਉਹਦੀ ਡਿਸਐਡਵਾਂਟੇਜਿਸ ਸੀ, ਬਸ ਉਹਦੀਆਂ ਡਿਸਐਡਵਾਂਟੇਜਿਸ ਨੂੰ ਅਸੀਂ ਕਿੱਦਾਂ ਯੂਜ਼ ਕਰਨਾ ਕਿ ਉਹੀ ਉਹਦੀ ਡਿਸਐਡਵਾਂਟੇਜਿਸ ਦੀ ਐਡਵਾਂਟੇਜਿਸ ਬਣ ਸਕਣ। ਹਾਂ, ਮਤਲਬ ਅਸੀਂ ਉਸ ਦੇ ਬਿਹੇਵੀਅਰ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ ਕਿ ਉਹ ਕਿਸੇ ਨੂੰ ਹਿੱਟ ਨਾ ਕਰੇ, ਪਰ ਉਹ ਪੋਸੀਬਲ ਨਹੀਂ ਹੋਇਆ। ਫਿਰ ਅਸੀਂ ਚਾਹੁੰਦੇ ਹਾਂ ਕਿ ਹੁਣ ਹਿੱਟ ਕਰੇ, ਹਿੱਟ ਉਹਦਾ ਡਿਜ਼ਾਇਰੇਬਲ ਬਿਹੇਵੀਅਰ ਹੈ, ਉਹ ਚਾਹੁੰਦਾ ਕਿ ਮੈਂ ਕਿਸੇ ਨੂੰ ਮਾਰਾਂ ਕੁੱਟਾਂ, ਮੇਰਾ ਮਤਲਬ ਗੁੱਸਾ ਜਿਹੜਾ ਹੈ ਦੂਸਰੇ 'ਤੇ ਨਿਕਲਣਾ ਚਾਹੀਦਾ। ਹੁਣ ਅਸੀਂ ਉਹਨੂੰ ਕਹਿੰਦੇ ਹਾਂ ਮਾਰ, ਪਰ ਤੇਰੇ ਮਾਰਨ 'ਚ ਟੈਕਨੀਕ ਹੋਣੀ ਚਾਹੀਦੀ ਹੈ, ਫਿਰ ਅਸੀਂ ਉਹਨੂੰ ਟੈਕਨੀਕ ਦੇ ਦਿੰਦੇ ਹਾਂ। ਤਾਂ ਇਹਦਾ ਮਤਲਬ ਹੈ ਅਸੀਂ ਉਹ 'ਚ ਪੋਜ਼ਿਟਿਵ ਚੇਂਜ ਲੈ ਕੇ ਆਉਂਦੇ ਹਾਂ। ਹੁਣ ਉਹ ਅਡੈਪਟ ਕਰਦਾ ਹੈ, ਹੁਣ ਉਹ ਮਾਰਦਾ ਹੈ, ਪਰ ਉਹ ਹਿੱਟ ਕਰਨ ਟਾਈਮ ਕੁਛ ਡਿਫੈਂਸ ਲੈਂਦਾ ਤਾਂ ਕਿ ਕਿਸੇ ਨੂੰ ਨੁਕਸਾਨ, ਫਿਜ਼ੀਕਲ ਕੋਈ ਇੰਜਰੀ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ। ਤਾਂ ਉਹਨੂੰ ਸਮਝ ਆਉਂਦਾ ਹੈ ਕਿ ਜੇ ਕਿਸੇ ਨੂੰ ਮਾਰਨਾ ਵੀ ਹੈ ਤਾਂ ਉਹਦੇ ਵਿੱਚ ਵੀ ਟੈਕਨੀਕ, ਉਹਦੇ ਵਿੱਚ ਵੀ ਪ੍ਰੋਟੈਕਸ਼ਨ ਹੈ, ਔਰ ਇਸ ਤਰ੍ਹਾਂ ਟੈਕਨੀਕਲ ਹਿੱਟ ਕਰਨ ਨਾਲ ਮੈਂ ਵਿਨ ਕਰਦਾ, ਮੈਨੂੰ ਪ੍ਰਾਈਜ਼ ਮਿਲਦਾ, ਮੇਰੀ ਰੈਕਗਨੀਸ਼ਨ ਹੈ, ਮੇਰੀ ਗਰੋਥ ਹੋ ਰਹੀ ਹੈ। ਤਾਂ ਇਸ ਤਰ੍ਹਾਂ ਅਸੀਂ ਬਿਹੇਵੀਅਰ ਚੇਂਜ ਜਿਹੜਾ ਹੈ ਉਹ ਲੈ ਕੇ ਆਉਣਾ। ਅਸੀਂ ਇਹਨੂੰ ਕਹਿੰਦੇ ਅਡੈਪਟਿਵ ਬਿਹੇਵੀਅਰ ਡਿਵੈਲਪ ਕਰਨਾ, ਜੋ ਉਹਦੇ ਵਿੱਚ ਹੈ ਅਸੀਂ ਉਹੀ ਡਿਵੈਲਪ ਕਰਨਾ ਹੈ। ਠੀਕ ਹੈ, ਜਿਵੇਂ ਤੁਸੀਂ ਉਹ ਪਾਨ ਸਿੰਘ ਤੋਮਰ ਪਿਕਚਰ ਦੇਖੀ ਹੋਏਗੀ, ਉਹ ਉਸ ਨੂੰ ਪਨਿਸ਼ ਕਰਦੇ ਆ ਕਿ ਤੂੰ ਇੱਥੇ ਰਾਊਂਡ ਲਗਾਉਣੇ ਆ, ਤਾਂ ਉਹ 10 ਰਾਊਂਡ ਬੜੀ ਹੱਸਦੇ ਹੱਸਦੇ ਲਗਾ ਦਿੰਦਾ ਅਤੇ ਬਾਅਦ 'ਚੋਂ ਜਿਹੜਾ ਹੈ ਵਰਲਡ ਵਿਨਰ ਬਣਦਾ ਹੈ। ਜਾਂ ਤੁਸੀਂ ਮਿਲਖਾ ਸਿੰਘ ਦੇਖਿਆ ਹੋਏਗਾ, ਉਸ ਦੀ ਗੱਲ ਦੇਖ ਲਓ। ਤਾਂ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਕੋਚ ਹੈ ਉਹ ਨੈਗੇਟਿਵ ਬਿਹੇਵੀਅਰ ਨੂੰ ਹੀ ਸ਼ੇਪ ਕਰ ਲੈਂਦਾ, ਉਹ ਤੁਹਾਡੇ ਕਿਸੇ ਵੀ ਇੰਜੀਨੀਅਰ ਨੂੰ ਜਿਹੜਾ ਡੋਮੀਨੇਟਿੰਗ ਹੈ ਉਸ ਨੂੰ ਉਹ ਰਿਫਾਈਨ ਕਰਕੇ ਉਸ ਨੂੰ ਉਹ ਡਾਇਮੰਡ 'ਚ ਚੇਂਜ ਕਰ ਦਿੰਦਾ ਹੈ। ਤਾਂ ਇਸ ਤਰ੍ਹਾਂ ਨਾਲ ਬਿਹੇਵੀਅਰ ਚੇਂਜ ਨੂੰ ਅਸੀਂ ਮੋਡੀਫਿਕੇਸ਼ਨ ਕਰਨ ਦੇ ਲਈ ਜਿਹੜਾ ਹੈ ਅਸੈਸਮੈਂਟ ਕਰਦੇ ਹਾਂ। ਤਾਂ ਇੱਥੇ ਕੋਈ ਅਕੈਡਮਿਕਸ ਦਾ ਜਿਹੜਾ ਹੈ ਉਹ ਰੌਲਾ ਨਹੀਂ ਹੈ। ਹੁਣ ਅਸੀਂ ਦੇਖਦੇ ਹਾਂ ਕਿ ਕਿਹੜੇ ਮੈਥਡ ਅਡਾਪਟ ਕੀਤੇ ਜਾਂਦੇ ਆ ਜਦੋਂ ਅਸੀਂ ਬਿਹੇਵੀਅਰ ਨੂੰ ਆਇਡੈਂਟੀਫਾਈ ਕਰਨਾ ਹੁੰਦਾ ਹੈ। ਕਾਫੀ ਸਾਰੀਆਂ ਟੈਕਨੀਕਸ ਨੇ, ਜਿਨ੍ਹਾਂ ਵਿੱਚੋਂ ਮੇਜਰ ਜਿਹੜੀਆਂ ਨੇ ਉਹ 5 ਟੈਕਨੀਕਸ ਨੇ। ਪਹਿਲੀ ਹੈ ਬਿਹੇਵੀਅਰ ਇੰਟਰਵਿਊ, ਦੂਸਰੀ ਹੈ ਆਬਜ਼ਰਵੇਸ਼ਨ। ਆਬਜ਼ਰਵੇਸ਼ਨ ਦੇ 2 ਮੈਥਡ ਨੇ, ਨੈਚੁਰਲ ਔਰ ਕੰਟਰੋਲਡ ਆਬਜ਼ਰਵੇਸ਼ਨ। ਨੈਚੁਰਲ ਦਾ ਮਤਲਬ ਹੈ ਕਿ ਕੋਈ ਲੈਬ ਟਾਈਪ ਇਨਵਾਇਰਨਮੈਂਟ ਨਹੀਂ ਹੈ, ਬੱਚੇ ਨੂੰ ਕਿਸੇ ਕੈਮਰੇ 'ਚ ਨਹੀਂ ਬਿਠਾਇਆ ਗਿਆ, ਉਹ ਜਿਵੇਂ ਕੰਮ ਕਰ ਰਿਹਾ ਗਰਾਊਂਡ 'ਚ ਅਸੀਂ ਉਸਨੂੰ ਆਬਜ਼ਰਵ ਕਰਦੇ ਹਾਂ ਨੈਚੁਰਲ ਵੇ ਨਾਲ। ਜਾਂ ਉਹ ਆਪਣੇ ਪੀਅਰ ਨਾਲ ਖੇਡ ਰਿਹਾ ਹੈ ਸਟਰੀਟ 'ਚ, ਤਾਂ ਅਸੀਂ ਉਸਨੂੰ ਆਬਜ਼ਰਵ ਕਰਦੇ ਹਾਂ। ਪਰ ਕੰਟਰੋਲ ਸਰ ਇੱਥੇ ਅਸੀਂ ਨੈਚੁਰਲ ਕਹਿ ਸਕਦੇ ਹਾਂ ਕਿ ਆਊਟਸਾਈਡ ਦੀ ਕਲਾਸ ਜੋ ਬੱਚੇ ਦਾ ਬਿਹੇਵੀਅਰ ਹੈ ਗਰਾਊਂਡ ਦੇ ਵਿੱਚ। ਹਾਂ, ਜਦੋਂ ਕੰਟਰੋਲ ਦਾ ਮਤਲਬ ਹੈ ਤਾਂ ਉਹ ਅਸੀਂ ਉਸਨੂੰ, ਭਾਵੇਂ ਉਹ ਬਿਗ ਬੌਸ ਦਾ ਹਾਊਸ ਹੋਵੇ, ਉੱਥੇ ਕੰਟਰੋਲ ਕਰ ਲਿਆ ਕਿ ਉਹਨੂੰ ਪਤਾ ਹੈ ਕਿ ਮੇਰੇ 'ਤੇ ਕੈਮਰੇ ਲੱਗੇ ਨੇ। ਠੀਕ ਹੈ, ਔਰ ਜਾਂ ਅਸੀਂ ਕਲਾਸਰੂਮ 'ਚ ਕਹੀਏ ਜਿੱਥੇ ਅਸੀਂ ਉਸਨੂੰ ਕਹਿੰਦੇ ਹਾਂ ਕਿ ਤੇਰੇ ਐਟੀਕੇਟਸ ਜਿਹੜੇ ਨੇ ਉਹ ਮੈਨਰਫੁਲ ਹੋਣੇ ਚਾਹੀਦੇ ਆ। ਤਾਂ ਅਗਲੀ ਗੱਲ ਹੈ ਕੋਗਨੀਟਿਵ ਬਿਹੇਵੀਅਰ ਅਸੈਸਮੈਂਟ, ਜਿਹਨੂੰ ਅਸੀਂ ਕਹਿੰਦੇ ਟੈਸਟ ਲਗਾ ਲਓ, ਐਗਜ਼ਾਮੀਨੇਸ਼ਨ ਲੈ ਲਓ। ਕੋਗਨੀਟਿਵ ਤਾਂ ਸਾਨੂੰ ਪਤਾ ਹੀ ਅਕੈਡਮਿਕਸ ਅਸੀਂ ਕਿਵੇਂ ਕਰਦੇ ਹਾਂ। ਸੈਲਫ ਮੋਨੀਟਰਿੰਗ ਦੇ ਵਿੱਚ ਹੁੰਦਾ 2 ਤਰ੍ਹਾਂ ਨਾਲ,
ਇੱਕ ਤਾਂ ਹੈ ਕਿ ਰੋਲ ਪਲੇ ਕਰਨਾ, ਠੀਕ ਹੈ। ਤੁਸੀਂ ਮੋਨੀਟਰ ਕਰਨਾ ਚਾਹੁੰਦੇ ਹੋ, ਤੁਹਾਨੂੰ ਐਟੀਕੇਟਸ ਸਿਖਾਉਣੇ ਆ ਕਿ ਟੀਚਰ ਦੇ ਐਟੀਕੇਟਸ ਕੀ ਹੁੰਦੇ ਆ, ਤੁਹਾਨੂੰ ਟੀਚਰ ਦੀ ਡਿਊਟੀ ਦੇ ਦਿਓ। ਤੁਹਾਨੂੰ ਪ੍ਰਿੰਸੀਪਲ ਦੇ ਐਟੀਕੇਟਸ ਸਿਖਾਉਣੇ, ਤੁਹਾਨੂੰ ਪ੍ਰਿੰਸੀਪਲ ਦਾ ਰੋਲ ਦੇ ਦਿਓ। ਤੁਹਾਨੂੰ ਜਿਹੜਾ ਹੈ ਤੁਸੀਂ ਬਹੁਤ ਬੁਲਿੰਗ ਬਿਹੇਵੀਅਰ ਕਰਦੇ ਹੋ ਕਲਾਸ 'ਚ, ਤੁਹਾਨੂੰ ਮੋਨੀਟਰ ਬਣਾ ਦਿਓ। ਹੁਣ ਤੁਸੀਂ ਸਾਰੇ ਬੁਲਿੰਗਸ ਨੂੰ ਕੰਟਰੋਲ ਕਰਨ ਤੇ ਲੱਗੇ ਹੋਏ ਹੋ, ਤਾਂ ਹੁਣ ਤੁਸੀਂ ਸੈਲਫ ਰੋਲ ਪਲੇ ਕਰਕੇ ਮੋਨੀਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਫਿਰ ਇਸ ਤਰ੍ਹਾਂ ਇਨਵੈਂਟਰੀ ਚੈੱਕਲਿਸਟ ਨੇ, ਤੁਸੀਂ ਆਪਣੇ ਟ੍ਰੇਡਸ ਨੂੰ ਚੈੱਕ ਕਰਦੇ ਹੋ, ਠੀਕ ਹੈ, ਉਹ ਰੇਟਿੰਗ ਕਰਦੇ ਹੋ। ਜਾਂ ਅਸੀਂ ਕਹਿੰਦੇ ਹਾਂ ਕੰਟਰੋਲਡ ਪਰਫਾਰਮੈਂਸ ਟੈਕਨੀਕਸ ਨੇ, ਤਾਂ ਅਸੀਂ ਇਹਨਾਂ ਨੂੰ 1 ਬਾਏ 1 ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੈਲਪ ਕਰਨ ਵਾਲੇ ਨੇ ਸਾਰੀ। ਇੰਟਰਵਿਊ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸਲ 'ਚ ਪ੍ਰੋਬਲਮ ਬਿਹੇਵੀਅਰ ਜਿਹੜਾ ਹੈ ਉਸਨੂੰ ਆਈਡੈਂਟੀਫਾਈ ਕਰਨਾ ਹੁੰਦਾ ਹੈ। ਇੰਟਰਵਿਊ ਜਿਹੜੀ ਹੈ ਸਾਈਕੋਲੋਜੀਕਲ ਇੰਟਰਵਿਊਜ਼ ਹੁੰਦੀਆਂ ਨੇ, ਕੋਈ ਪਲੇਸਮੈਂਟ ਇੰਟਰਵਿਊ ਨਹੀਂ ਹੈ, ਇਹ ਕੋਈ ਪੋਲੀਟੀਕਲ ਇੰਟਰਵਿਊ ਨਹੀਂ ਹੈ, ਕੋਈ ਟੀਵੀ ਟਾਈਪ ਦੀ ਐਂਕਰ ਵੱਲੋਂ ਡਿਜ਼ਾਈਨ ਕੀਤੀ ਨਹੀਂ ਹੈ। ਇਹ ਟੀਚਰ ਕਰਦਾ ਹੈ, ਔਰ ਟੀਚਰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਤੇਰਾ ਪਰਟੀਕੂਲਰ ਸਬਜੈਕਟ 'ਚ ਇੰਟਰਸਟ ਕਿਉਂ ਨਹੀਂ ਹੈ, ਹੈ ਨਾ, ਜਾਂ ਤੂੰ ਇਹ ਪਰਟੀਕੂਲਰ ਪ੍ਰੋਫੈਸ਼ਨ ਨੂੰ ਪਰਸੂ ਕਿਉਂ ਨਹੀਂ ਕਰਨਾ ਚਾਹੁੰਦਾ, ਜਾਂ ਜਿਹੜਾ ਹੈ ਤੇਰਾ ਜਿਹੜੇ ਆਊਟਕਮਸ ਨੇ ਉਹ ਅੱਛੀਆਂ ਕਿਉਂ ਨਹੀਂ ਆ ਰਹੀਆਂ, ਜਾਂ ਤੂੰ ਜਿਹੜਾ ਹੈ ਆਪਣੇ ਕੰਮ ਟਾਈਮ 'ਤੇ ਕੰਪਲੀਟ ਕਿਉਂ ਨਹੀਂ ਕਰਦਾ। ਤਾਂ ਉਹ ਇਸ ਤਰ੍ਹਾਂ ਦੀਆਂ ਇੰਟਰਵਿਊ ਜਿਹੜੀਆਂ ਕਰਦਾ ਤਾਂ ਕਿ ਉਹਦੀ ਪ੍ਰੋਬਲਮ ਜਿਹੜਾ ਬਿਹੇਵੀਅਰ ਹੈ ਅਸੀਂ ਉਸਦੇ ਕਾਰਨ ਜਿਹੜੇ ਨੇ ਉਹਨਾਂ ਨੂੰ ਲੱਭ ਸਕੀਏ। ਔਰ ਅਸੀਂ ਜਨਰਲ ਪਿਕਚਰ ਦੇਖਦੇ ਹਾਂ ਕਿ ਅਸਲ 'ਚ ਜਿਹੜੇ ਕਾਰਨ ਨੇ ਇਹ ਇਹਦੇ ਸੈਲਫ ਨਾਲ ਜੁੜੇ ਨੇ, ਇਹ ਇਹਦੇ ਸੋਸ਼ੋ ਇਕਨੋਮਿਕ ਨਾਲ ਜੁੜੇ ਨੇ ਕਿ ਇਹਦੇ ਘਰ 'ਚ ਇਕਨੋਮਿਕ ਔਰ ਫਾਈਨੈਂਸ਼ੀਅਲ ਜਿਹੜਾ ਹੈ ਬਹੁਤ ਸਟਰੈਂਥ ਨਹੀਂ ਹੈ, ਜਾਂ ਇਹਦੇ ਫੈਮਿਲੀ एनवायरनमेंट ਨਾਲ ਜੁੜੇ ਨੇ ਕਿ ਪੇਰੈਂਟਸ ਦੀ ਅੱਛੀ ਨਹੀਂ ਬਣਦੀ, ਡਿਵੋਰਸ ਹੈ, ਜਾਂ ਸੈਪਰੇਟ ਰਹਿ ਰਹੇ ਨੇ, ਜਾਂ ਜੁਆਇੰਟ ਫੈਮਿਲੀ ਹੈ ਔਰ ਰੂਮ 2 ਹੀ ਨੇ ਜਿੱਥੇ ਇਕੱਠੇ ਹੀ ਕਿਚਨ 'ਤੇ ਉਹ ਸਾਰਾ ਕੁਝ ਇਕੱਠਾ ਹੈ। ਤਾਂ ਪ੍ਰੋਬਲਮ ਕੀ ਹੈ, ਕੰਮ ਕਿਉਂ ਨਹੀਂ ਕਰ ਪਾਉਂਦਾ। ਅਸੀਂ ਉਹਦੇ ਸੋਸ਼ੀਓ ਇਕਨੋਮਿਕ ਸਟੇਟਸ ਨੂੰ ਦੇਖਦੇ ਹਾਂ, ਅਸੀਂ ਉਹਦੀ ਫੈਮਿਲੀ ਜਿਹੜਾ ਹੈ ਉਸ ਨੂੰ ਦੇਖਦੇ ਹਾਂ, ਅਸੀਂ ਉਸ ਦੇ ਸੈਲਫ ਨੂੰ ਦੇਖਦੇ ਹਾਂ, ਉਹਦਾ ਆਈਕਿਊ ਲੈਵਲ ਦੇਖਦੇ ਹਾਂ, ਫਿਰ ਅਸੀਂ ਉਹਦਾ ਜਿਹੜੀਆਂ ਹੈਬਿਟਸ, ਪ੍ਰੈਸ਼ਰ, ਫੀਅਰ ਹੈ ਉਸ ਨੂੰ ਦੇਖਦੇ ਹਾਂ। ਤਾਂ ਸਾਰਾ ਕੁਝ ਜਿਹੜਾ ਹੈ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਦੇ ਵਿੱਚ ਅਸੀਂ ਪ੍ਰੋਬਲਮ ਦੇ ਜਿਹੜੇ ਕਾਜ਼ਸ ਨੇ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਫਿਰ ਅਸੀਂ ਆਈਡੈਂਟੀਫਾਈ ਕਰਦੇ ਹਾਂ ਪ੍ਰੋਬਲਮੈਟਿਕ ਬਿਹੇਵੀਅਰ ਕਿੱਥੇ ਹੈ, ਕਿ ਉਹਦਾ ਇੰਟਰਸਟ ਨਹੀਂ ਹੈ, ਉਹਦਾ ਆਈਕਿਊ ਨਹੀਂ ਹੈ, ਉਹਦੀ ਫੈਮਿਲੀ ਨਹੀਂ ਹੈ, ਉਹਦੀ ਇਕਨੋਮੀ ਨਹੀਂ ਹੈ, ਉਹਦਾ ਸਟੇਟਸ ਨਹੀਂ ਹੈ, ਕੀ ਨਹੀਂ ਹੈ। ਤਾਂ ਅਸੀਂ ਉਹ ਪ੍ਰੋਬਲਮੈਟਿਕ ਬਿਹੇਵੀਅਰ ਜਿਹੜਾ ਹੈ ਉਸ ਨੂੰ ਅਸੀਂ ਜਿਹੜਾ ਹੈ ਇਹਦੇ ਵਿੱਚ ਇੰਟਰਵਿਊ ਦੇ ਥਰੂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਾਂ ਅਸੀਂ ਜੇ ਕੋਈ ਬੱਚਾ ਬੁਲਿੰਗ ਐਕਟਿੰਗ ਕਰਦਾ ਤਾਂ ਅਸੀਂ ਕਹਿੰਦੇ ਹਾਂ ਕਿ ਉਸ ਦੀ ਇੰਟਰਵਿਊ ਕਰਦੇ ਹਾਂ, ਤੂੰ ਦੂਸਰੇ ਨੂੰ ਕਿਉਂ ਮਾਰਦਾ ਹੈ, ਤੇਰੀ ਉਹਦੇ ਨਾਲ ਕੀ ਪ੍ਰੋਬਲਮ ਹੈ, ਠੀਕ ਹੈ। ਤਾਂ ਫਿਰ ਅਸੀਂ ਪ੍ਰੋਬਲਮ ਟ੍ਰੇਸ ਕਰਦੇ ਹਾਂ ਕਿ ਉਹ ਟੀਨਏਜ ਦਾ ਮਸਲਾ ਹੈ, ਕਿ ਉਹ ਇੱਕ ਕੋਈ ਰਿਲੇਸ਼ਨ ਦਾ ਮਸਲਾ ਹੈ, ਕਿ ਜਾਂ ਉਹ ਕੋਈ ਜਿਹੜਾ ਹੈ ਕਨਫਲਿਕਟ ਉਹਨਾਂ ਦਾ ਡਾਇਨਾਮਿਕ ਹੈ, ਗਰੁੱਪ ਡਾਇਨਾਮਿਕਸ ਦੀ ਕਨਫਲਿਕਟ ਹੈ, ਲੀਡਰਸ਼ਿਪ ਦਾ ਕਨਫਲਿਕਟ ਹੈ, ਕੀ ਹੈ, ਜਿਹੜਾ ਵੀ ਹੋਏਗਾ ਅਸੀਂ ਉਸ ਨੂੰ ਟ੍ਰੇਸ ਕਰਦੇ ਹਾਂ। ਤਾਂ ਅਗਲੀ ਗੱਲ ਹੈ ਆਬਜ਼ਰਵੇਸ਼ਨ ਦੀ। ਆਬਜ਼ਰਵੇਸ਼ਨ ਨੂੰ ਅਸੀਂ ਕਿਹਾ ਕਿ ਆਬਜ਼ਰਵੇਸ਼ਨ ਪ੍ਰਾਇਮਰੀ ਟੈਕਨੀਕ ਹੈ। ਬਿਹੇਵੀਅਰ ਨੂੰ ਅਸੀਂ ਨੈਚੁਰਲ 'ਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਕਦੋਂ, ਠੀਕ ਹੈ, ਕਿੰਨੀ ਵਾਰ ਕੋਈ ਬਿਹੇਵੀਅਰ ਜਿਹੜਾ ਹੈ ਉਹ ਰਿਪੀਟ ਹੁੰਦਾ ਹੈ। ਤੁਸੀਂ ਦੇਖਿਆ ਹੋਏਗਾ ਫਿਲਮਾਂ 'ਚ ਉਹ ਜਿਹੜੀਆਂ ਡਰਾਉਣੀਆਂ ਜਿਹੀਆਂ ਫਿਲਮਾਂ ਬਣਾਉਂਦੇ ਆ, ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕੋਈ ਪਰਸਨ ਹੈ ਉਸ ਨੂੰ ਫਿਟਸ ਆ ਜਾਂਦੇ। ਇੱਕ ਤੁਸੀਂ ਉਹ ਤਾਮਿਲ ਪਿਕਚਰ ਦੇਖੀ ਹੋਏਗੀ, ਉਹਦੇ ਵਿੱਚ ਉਹ ਲੜਕਾ ਡਿਊਲ ਜਿਹੜਾ ਹੈ ਪਰਸਨੈਲਿਟੀ ਦੇ ਨਾਲ ਹੁੰਦਾ ਹੈ, ਤੇ ਉਹ ਕਦੇ ਤਾਂ ਬੜਾ ਅੱਛਾ ਹੁੰਦਾ ਹੈ, ਫਿਰ ਕਦੇ ਕਦੇ ਉਹ ਬੜਾ ਐਗਰੈਸਿਵ ਹੋ ਜਾਂਦਾ ਹੈ, ਤੇ ਉਹ ਕਹਿੰਦਾ ਕਿ ਮੈਂ ਸਾਰੇ ਜਿਹੜੇ ਨੇ ਕੀ ਨਾਮ ਦਾ ਪਤਾ ਨਹੀਂ ਹੁੰਦਾ, ਤਾਂ ਉਹ ਅਪਰਾਜਿਤ ਸਰ, ਅਪਰਾਜਿਤ। ਤਾਂ ਅਸੀਂ ਦੇਖਦੇ ਹਾਂ ਕਿ ਉਹ ਬਿਹੇਵੀਅਰ ਦੀ ਫ੍ਰੀਕੁਐਂਸੀ ਕੀ ਹੈ, ਕਦੋਂ ਆਉਂਦਾ ਹੈ, ਕਿਉਂ ਆਉਂਦਾ ਹੈ। ਤਾਂ ਅਸੀਂ ਉਸਨੂੰ ਅਬਜ਼ਰਵ ਕਰਦੇ ਹਾਂ। ਅਬਜ਼ਰਵ ਕਰਨ ਦੇ 2 ਮੈਥਡ, ਇੱਕ ਤਾਂ ਅਸੀਂ ਉਸਨੂੰ ਨੈਚੁਰਲ ਵੇ 'ਚ ਦੇਖੀਏ, ਉਹ ਘਰ ਕੀ ਕਰ ਰਿਹਾ ਹੈ, ਸਕੂਲ ਦੇ ਗਰਾਊਂਡ 'ਚ ਕੀ ਕਰ ਰਿਹਾ ਹੈ, ਜੇਕਰ ਉਹਨੂੰ ਟ੍ਰੀਟਮੈਂਟ ਦੇ ਰਹੇ ਹਾਂ ਤਾਂ ਉਹਦਾ ਜਨਰਲ ਬਿਹੇਵੀਅਰ ਕੀ ਹੈ ਹਸਪੀਟਲ ਜਾਂ ਕਲੀਨਿਕ ਦੇ ਵਿੱਚ। ਦੂਸਰੇ ਪਾਸੇ ਅਸੀਂ ਕਹਿੰਦੇ ਕੰਟਰੋਲਡ ਦੇਖੀਏ, ਫਿਰ ਅਸੀਂ ਉਸਨੂੰ ਆਬਜ਼ਰਵੇਸ਼ਨ 'ਚ ਹੀ ਰੱਖੀਏ, ਉਸਨੂੰ ਬੰਨ੍ਹ ਕੇ ਰੱਖ ਲਿਆ ਗਿਆ। ਦੇਖਿਆ ਤੁਸੀਂ ਦੇਖਿਆ ਹੋਵੇਗਾ ਉਹ ਅਪਰਾਜਿਤ ਦੇ ਵਿੱਚ, ਤਾਂ ਉਹ ਬੰਨ੍ਹ ਕੇ ਰੱਖ ਲੈਂਦੇ। ਉਸ ਤੋਂ ਬਾਅਦ ਜਿਹੜਾ ਹੈ ਫਿਰ ਵੀ ਉਹ ਬਿਹੇਵੀਅਰ ਜਿਹੜਾ ਹੈ ਕਿਸੇ ਪਰਟੀਕੂਲਰ ਟਾਈਪ ਦੇ ਜਦੋਂ ਉਸਨੂੰ ਹਿੱਟ ਕੀਤਾ ਜਾਂਦਾ ਹੈ, ਜਾਂ ਜਦੋਂ ਉਸ ਨਾਲ ਕੋਈ ਇਨਜਸਟਿਸ ਹੁੰਦਾ ਉਸ ਟਾਈਮ 'ਤੇ ਉਹ ਆ ਜਾਂਦਾ। ਭਾਵੇਂ ਉਹ ਟ੍ਰੇਨ 'ਚ ਟਰੈਵਲ ਕਰਦੇ ਹੁੰਦਾ, ਜਿਹੜੇ ਲਾਸਟ ਜਿਹੜਾ ਹੈ ਸੀਨ ਹੈ ਉਹ ਦੇਖਦੇ ਹੋ, ਤਾਂ ਜਦੋਂ ਹੀ ਉਹਨੂੰ ਲੱਗਦਾ ਕਿ ਕੋਈ ਇਨਜਸਟਿਸ ਹੋਏਗਾ, ਜਦੋਂ ਇਨਜਸਟਿਸ ਹੁੰਦਾ ਤਾਂ ਉਹ ਡਿਊਲ ਪਰਸਨੈਲਿਟੀ 'ਚ ਚਲਾ ਜਾਂਦਾ। ਤਾਂ ਅਸੀਂ ਉਹ ਬਿਹੇਵੀਅਰ ਨੂੰ ਕਿਵੇਂ ਫਾਈਂਡ ਆਊਟ ਕਰਨਾ ਹੈ, ਉਹ 2 ਤਰ੍ਹਾਂ ਦੀ ਆਬਜ਼ਰਵੇਸ਼ਨ ਨਾਲ ਅਸੀਂ ਕਰ ਸਕਦੇ। ਤਾਂ ਆਬਜ਼ਰਵੇਸ਼ਨ ਟੈਕਨੀਕ ਇਜ਼ ਆਲਸੋ ਹੈਲਪਫੁਲ। ਉਸ ਤੋਂ ਬਾਅਦ ਹੈ ਕੰਟਰੋਲਡ ਪਰਫਾਰਮੈਂਸ। ਕੰਟਰੋਲਡ ਪਰਫਾਰਮੈਂਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਟੀਚਰ ਜਾਂ ਕੋਚ ਉਸ ਨੂੰ ਕੋਈ ਪਰਟੀਕੂਲਰ ਰੋਲ ਅਸਾਈਨ ਕਰਦਾ ਹੈ ਜਿਹੜਾ ਉਸਨੇ ਕਰਨਾ ਹੈ, ਠੀਕ ਹੈ। ਔਰ ਇਹ ਤੁਸੀਂ ਚੱਕਦੇ ਇੰਡੀਆ
ਦੀ ਜੇਕਰ ਐਗਜ਼ਾਮਪਲ ਦੇਖੋ, ਜਦੋਂ ਉਹ ਇੱਕ ਲੜਕੀ ਨੂੰ ਕੈਪਟਨ ਬਣਾ ਦਿੰਦਾ ਹੈ ਤੇ ਦੂਸਰੀਆਂ ਲੜਕੀਆਂ ਦੇ ਜਿਹੜੇ ਰਿਐਕਸ਼ਨਸ ਨੇ ਉਹ ਕਿਵੇਂ ਦੇ ਹੁੰਦੇ ਆ, ਜਾਂ ਜਦੋਂ ਇੱਕ ਉਹ ਰੈਸਟੋਰੈਂਟ ਦੇ ਵਿੱਚ ਜਦੋਂ ਉਹ ਟਰੀਟ ਦੇਣ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਲੜਕੇ ਬੁਲਿੰਗ ਕਰਦੇ ਆ ਤਾਂ ਉਸ ਤੋਂ ਬਾਅਦ ਜਦੋਂ ਬਿਹੇਵੀਅਰ ਹੁੰਦਾ ਹੈ, ਤਾਂ ਅਸੀਂ ਇਹ ਕੰਟਰੋਲ ਕਰਕੇ ਇੱਕ ਤਰ੍ਹਾਂ ਨਾਲ ਇੱਕ ਚੀਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਵਿੱਚ ਅਸੀਂ ਦੇਖਣਾ ਕੀ ਹੁੰਦਾ ਹੈ ਕਿ ਉਹਨਾਂ ਦਾ ਬਿਹੇਵੀਅਰ ਕੀ ਹੈ, ਉਹਨਾਂ ਦੇ ਇਮੋਸ਼ਨਲ ਰਿਐਕਸ਼ਨ ਕੀ ਨੇ, ਉਹਨਾਂ ਦੇ ਜਿਹੜੇ ਹੈ ਸਾਈਕੋ ਫਿਜ਼ੀਓਲੋਜੀਕਲ ਜਿਹੜੇ ਹੈਗੇ ਆ ਇੰਡੀਕੇਸ਼ਨ ਜਾਂ ਇੰਡਾਈਸਿਸ ਕੀ ਨੇ। ਤਾਂ ਅਸਲ ਵਿੱਚ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ। ਅਸੀਂ ਇਹ ਦੇਖਣਾ ਹੁੰਦਾ ਹੈ ਕਿ ਕੀ ਇਹਨਾਂ ਵਿੱਚ ਉਹ ਇਮੋਸ਼ਨਸ, ਉਹ ਬਿਹੇਵੀਅਰ ਜਾਂ ਉਹ ਇੰਸਟਿੰਕਟਸ ਹੈਗੇ ਆ ਜਿਹੜੇ ਇੱਕ ਪਰਟੀਕੂਲਰ ਰੋਲ ਲਈ ਸਾਨੂੰ ਚਾਹੀਦੇ ਆ। ਜਿਵੇਂ ਉਹ ਕਹਿੰਦਾ ਕਿ ਮੈਂ ਪਹਿਲਾਂ ਟੀਮ ਬਣਾਉਣੀ ਹੈ ਇੰਡੀਆ ਦੀ, ਜਿੰਨਾ ਚਿਰ ਤੁਸੀਂ ਭਾਰਤ, ਪੰਜਾਬ, ਹਰਿਆਣਾ, ਬਿਹਾਰ, ਗੁਜਰਾਤ ਨੂੰ ਜਿਹੜਾ ਰੈਕਗਨਾਈਜ਼ ਕਰਦੇ ਹੋ ਉਹਨਾਂ ਚਿਰ ਟੀਮ ਇੰਡੀਆ ਨਹੀਂ ਬਣੇਗੀ, ਔਰ ਜਿੰਨਾ ਚਿਰ ਟੀਮ ਇੰਡੀਆ ਨਹੀਂ ਬਣਦੀ ਤੁਸੀਂ ਜਿੱਤ ਨਹੀਂ ਸਕਦੇ। ਤਾਂ ਇਹੀ ਗੱਲ ਇੱਥੇ ਹੈ ਕਿ ਅਸੀਂ ਇੱਕ ਰੋਲ ਅਸਾਈਨ ਕਰਕੇ ਦੇਖਦੇ ਹਾਂ ਕਿ ਟੈਕਨੀਕ ਇਸ ਤਰ੍ਹਾਂ ਦੀ ਹੈ ਕਿ ਕੋਚ ਜਿਹੜਾ ਹੈ ਇੰਡੀਵਿਜੂਅਲ ਨੂੰ ਕੇਅਰਫੁਲੀ ਕੰਟਰੋਲਡ ਪਰਫਾਰਮੈਂਸ ਦਿੰਦਾ ਹੈ, ਜਿਹਦੇ ਵਿੱਚ ਅਸੀਂ ਉਸਦੇ ਬਿਹੇਵੀਅਰ ਨੂੰ ਦੇਖਣਾ ਹੁੰਦਾ ਹੈ। ਜਿਵੇਂ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਕੋਈ ਜਿਹੜੀ ਹੈ ਡੈਮੋਸਟ੍ਰੇਸ਼ਨ ਦੇਣੀ ਹੈ ਔਰ ਉਹਦੇ ਵਿੱਚ ਤੁਹਾਨੂੰ ਰੋਲ ਅਸਾਈਨ ਕਰ ਦਿੱਤਾ ਜਾਣ, ਜਾਂ ਤੁਹਾਨੂੰ ਕਿਸੇ ਸਕਿੱਟ ਦੇ ਵਿੱਚ, ਡਰਾਮਾ ਦੇ ਵਿੱਚ ਕਰ ਦਿੱਤਾ ਜਾਵੇ, ਤਾਂ ਉੱਥੇ ਤੁਹਾਡੇ ਜਿਹੜਾ ਹੈ ਬਿਹੇਵੀਅਰ ਉਸ ਨੂੰ ਜਿਹੜਾ ਹੈ ਦੇਖਿਆ ਜਾਵੇ। ਅਗਲਾ ਹੈ ਸੈਲਫ ਮੋਨੀਟਰਿੰਗ ਟੈਕਨੀਕਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਦੋਂ ਕੋਈ ਪਰਸਨ ਆਪਣੀ ਡੈਮੋਸਟ੍ਰੇਸ਼ਨ ਦਿੰਦਾ ਤੇ ਨਾਲ ਨਾਲ ਆਪਣੀ ਰੈਕਰਡਸ ਜਿਹੜੇ ਨੇ ਉਹ ਬਣਾਉਂਦਾ ਜਾਂਦਾ, ਰਿਕਾਰਡਿੰਗ ਕਰਦਾ ਹੈ ਤਾਂ ਬਿਹੇਵੀਅਰ ਨੂੰ, ਔਰ ਬਿਹੇਵੀਅਰ ਨੂੰ ਰਿਕਾਰਡ ਕਰਦਾ ਹੈ, ਆਪਣੇ ਥਾਟਸ ਨੂੰ, ਆਪਣੇ ਇਮੋਸ਼ਨਸ ਨੂੰ ਰਿਕਾਰਡ ਕਰਦਾ ਹੈ। ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਅੱਜ ਕੱਲ੍ਹ ਤਾਂ ਸਾਡੇ ਕੋਲ ਬੜਾ ਅੱਛਾ ਹੈ ਕਿ ਰੋਜ਼ ਸਵੇਰੇ ਉੱਠ ਕੇ ਸੈਲਫੀ ਲੈਂਦੇ ਹਾਂ, ਆਪਣੇ ਫੇਸ ਦੀ ਆਪੇ ਹੀ ਚੇਂਜ ਜਿਹੜੀ ਹੈ ਉਹ ਦੇਖਦੇ ਹਾਂ। ਪਰ ਖਾਸ ਤੌਰ ਤੇ ਇਹਦੀ ਉਦੋਂ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਡਾਈ ਫੰਕਸ਼ਨਲ ਥਾਟ ਰਿਕਾਰਡ ਦੇ ਨਾਲ ਹੁੰਦੇ ਹਾਂ। ਜੋ ਗਜ਼ਨੀ ਦੀ ਆਮਿਰ ਖਾਨ ਵਾਲਾ ਰੋਲ ਦੇਖਦੇ ਹੋ ਕਿ ਉਹ ਆਪਣੇ ਆਪ ਹੀ ਭੁੱਲ ਜਾਂਦਾ ਹੈ, ਠੀਕ ਹੈ, ਕਿ ਥੋੜ੍ਹੇ ਟਾਈਮ ਬਾਅਦ ਕਿ ਉਸ ਨੂੰ ਕੁਛ ਨਹੀਂ ਯਾਦ ਰਹਿੰਦਾ, ਅਤੇ ਫਿਰ ਉਹ ਉਸਨੂੰ ਰਿਕਾਰਡਿੰਗ ਕਰਦਾ ਹੈ। ਜਿਹੜਾ ਬੰਦਾ ਦੇਖਦਾ ਉਹਦੀ ਫੋਟੋ ਦੇ ਉੱਪਰ ਨਾਮ ਲਿਖ ਲੈਂਦਾ ਹੈ। ਤਾਂ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਕੰਟਰੋਲ ਕਰਦਾ ਹੈ। ਤਾਂ ਸੈਲਫ ਮੋਨੀਟਰਿੰਗ ਹੈ ਕਿ ਤੁਸੀਂ ਆਪਣੇ ਆਪ ਹੀ ਇੱਕ ਬਿਹੇਵੀਅਰ ਲੌਗ ਬਣਾਉਂਦੇ ਹੋ, ਇੱਕ ਡਾਇਰੀ ਬਣਾਉਂਦੇ ਹੋ ਕਿ ਕਦੋਂ ਤੁਹਾਡੇ ਕਿਸ ਤਰ੍ਹਾਂ ਦੇ ਬਿਹੇਵੀਅਰਲ ਮੂਡ ਸਵਿੰਗਸ ਆਉਂਦੇ ਆ, ਤਾਂ ਉਹਨਾਂ ਦੇ ਅਕੋਰਡਿੰਗ ਤੁਸੀਂ ਆਪਣੇ ਬਿਹੇਵੀਅਰ ਨੂੰ ਆਈਡੈਂਟੀਫਾਈ ਕਰਨਾ ਹੁੰਦਾ ਹੈ। ਰੋਲ ਪਲੇਇੰਗ ਆਪਾਂ ਪਹਿਲਾਂ ਕਰ ਚੁੱਕੇ ਹਾਂ, ਇਹਦੇ ਵਿੱਚ ਅਸੀਂ ਜਿਹੜਾ ਹੈ ਕੋਈ ਰੋਲ ਅਸਾਈਨ ਕਰਦੇ ਹਾਂ। ਇਸ ਤੋਂ ਬਿਨਾਂ ਜਿਹੜਾ ਹੈ ਬਿਹੇਵੀਅਰਲ ਚੈੱਕਲਿਸਟ ਹੁੰਦੀਆਂ ਨੇ। ਬਿਹੇਵੀਅਰਲ ਚੈੱਕਲਿਸਟ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਪੇਰੈਂਟਸ ਤੋਂ, ਪੀਅਰ ਤੋਂ, ਸੈਲਫ ਤੋਂ, ਟੀਚਰ ਤੋਂ ਉਸ ਦੇ ਬਿਹੇਵੀਅਰ ਨੂੰ ਰੇਟ ਕਰਾਉਂਦੇ ਹਾਂ। ਟੀਚਰ ਤੋਂ ਪੁੱਛਦੇ ਹਾਂ ਕਿ ਇਹਦੇ ਸਟਰੈਂਥ ਕੀ ਹੈ, ਇਹਦੀਆਂ ਵੀਕਨੈਸਿਸ ਕੀ ਨੇ, ਇਹਦੀਆਂ ਹੈਬਿਟਸ ਕੀ ਨੇ, ਇਹਦੀਆਂ ਹੌਬੀਜ਼ ਕੀ ਨੇ, ਔਰ ਇਹਦਾ ਬਿਹੇਵੀਅਰਲ ਐਟੀਟਿਊਡਸ ਕੀ ਨੇ। ਪੀਅਰਸ ਤੋਂ ਵੀ ਸੇਮ ਪੁੱਛਦੇ ਹਾਂ। ਫਿਰ ਅਸੀਂ ਉਸ ਨੂੰ ਆਪਣੇ ਬਾਰੇ ਦੱਸਦੇ ਹਾਂ। ਤਾਂ ਉਹ ਹਰ ਕੋਈ ਪਰਸਨ ਆਪਣੇ ਆਪ ਨੂੰ ਸਟਰੋਂਗਲੀ ਜਿਹੜਾ ਹੈ ਪੇਂਟ ਕਰਦਾ ਹੈ, ਪਰ ਵੀਕਨੈਸ ਤਾਂ ਹੁੰਦੀ ਹੈ। ਔਰ ਇਸ ਤਰ੍ਹਾਂ ਅਸੀਂ ਟੀਚਰਸ ਤੋਂ ਪੁੱਛਦੇ ਹਾਂ। ਫਿਰ ਅਸੀਂ ਮਲਟੀਪਲ ਰੇਟਰਸ ਦਾ ਮਲਟੀਪਲ ਜਿਹੜੀ ਹੈ ਆਉਂਦੀ ਹੈ ਉਹਦੇ ਤੋਂ ਅਸੀਂ ਫਿਰ ਉਸ ਬੱਚੇ ਦੀ ਜਿਹੜੀ ਹੈ ਸਟਰੈਂਥ ਔਰ ਵੀਕ ਏਰੀਆ ਜਿਹੜੇ ਉਹਨਾਂ ਨੂੰ ਆਈਡੈਂਟੀਫਾਈ ਕਰਦੇ ਹਾਂ। ਔਰ ਉਸ ਤੋਂ ਬਾਅਦ ਸਾਡੇ ਕੋਲ ਹੈ ਕੋਗਨੀਟਿਵ ਬਿਹੇਵੀਅਰਲ ਅਸੈਸਮੈਂਟਸ। ਇਹਦੇ ਵਿੱਚ ਤਾਂ ਐਗਜ਼ਾਮ ਨੇ, ਅਸੀਂ ਦੇਖਦੇ ਹਾਂ ਕਿ ਐਗਜ਼ਾਮ ਕਿਵੇਂ ਲਏ ਜਾਂਦੇ ਆ। ਔਰ ਕੋਗਨੀਟਿਵ ਬਿਹੇਵੀਅਰ ਦੇ ਵਿੱਚ ਅਸੀਂ ਥਾਟ ਜਾਂ ਕਗਨੀਸ਼ਨ ਜਿਹੜੇ ਹੈ ਉਹਦੀ ਗੱਲ ਕਰਦੇ ਹਾਂ। ਉਹ ਭਾਵੇਂ ਡਿਸੀਜਨ ਮੇਕਿੰਗ ਹੋਵੇ, ਉਹ ਭਾਵੇਂ ਤੁਹਾਡਾ ਐਕਸਪ੍ਰੈਸ਼ਨ ਹੋਵੇ, ਭਾਵੇਂ ਉਹ ਲੌਜਿਕ ਔਰ ਰੀਜ਼ਨਿੰਗ ਦੇ ਥਰੂ ਜਿਹੜਾ ਹੈ ਕਿਸੇ ਫੈਕਟ ਜਾਂ ਫਿਗਰ ਨੂੰ ਜਿਹੜਾ ਹੈ ਐਲੈਬੋਰੇਟ ਕਰਨਾ ਹੋਵੇ। ਤਾਂ ਇਹ ਸਾਰਾ ਕੁਝ ਅਸੀਂ ਦੇਖਿਆ ਹੈ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਪੋਜ਼ਿਟਿਵ ਕਰਦੇ ਹਾਂ ਕਿ ਅਸੀਂ ਸਟੈਂਡਰਡ ਟੈਸਟ ਵੀ ਲਗਾ ਲੈਂਦੇ ਹਾਂ ਕਈ ਵਾਰ ਅਸੀਂ ਕੋਗਨੀਟਿਵ ਬਿਹੇਵੀਅਰ ਨੂੰ ਚੈੱਕ ਕਰਨ ਦੇ ਲਈ, ਕਿਉਂਕਿ ਥਾਟ ਨਾਲ ਜੁੜਿਆ ਹੋਇਆ ਹੈ। ਤਾਂ ਅਸੀਂ ਸੈਲਫ ਬਾਰੇ ਨੈਗੇਟਿਵ ਥਾਟ ਹੈ ਨਾ, ਜਾਂ ਗੋਡ ਬਾਰੇ ਤੁਹਾਡੇ ਕੀ ਵਿਚਾਰ ਨੇ। ਮੈਂ ਤੁਹਾਨੂੰ ਪੁੱਛ ਲਵਾਂ, ਹਾਂ ਵੀ ਤੁਹਾਡੇ ਸਾਰਿਆਂ ਦੇ ਰੱਬ ਬਾਰੇ ਕੀ ਵਿਚਾਰ ਨੇ? ਰੱਬ ਦਾ ਕੀ ਰੋਲ ਹੁੰਦਾ ਪਰਸਨ ਦੀ ਸਕਸੈਸ ਦੇ ਵਿੱਚ? ਬੋਲੋ। ਸਰ ਸਾਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੈ, ਉਹ ਕਹਿ ਸਕਦੇ ਹਾਂ। ਜਾਂ ਕਦੀ ਅਸੀਂ ਜਦੋਂ ਡਿਪਰੈਸਡ ਹੋਈਏ ਉਦੋਂ ਜਦੋਂ ਅਸੀਂ ਕੁਛ ਅੱਛਾ ਸੁਣ ਲਈਏ ਜਾਂ ਕੁਛ ਰੱਬ ਬਾਰੇ ਹੀ ਸੁਣ ਲਈਏ, ਉਹਨਾਂ ਦੀ ਦਿੱਤੀਆਂ ਬਾਣੀਆਂ ਹੀ ਸੁਣ ਲਈਏ, ਤਾਂ ਸਾਨੂੰ ਥੋੜਾ ਮੋਟੀਵੇਟ ਫੀਲ ਹੁੰਦਾ। ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਬਿਹੇਵੀਅਰ ਔਰ ਸਾਡੀ ਸੋਚ ਚੇਂਜ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਪੋਜ਼ਿਟਿਵ ਚੀਜ਼ ਨੂੰ ਸੁਣਦੇ ਹਾਂ ਜਾਂ ਦੇਖਦੇ ਹਾਂ। ਹਾਂ, ਸਾਈਕੋਲੋਜੀਕਲ ਔਰ ਇਮੋਸ਼ਨਲ ਸਾਨੂੰ ਸਟਰੈਂਥ ਮਿਲਦੀ ਹੈ ਰੱਬ ਤੋਂ। ਪਰ ਜੇ ਆਪਾਂ ਪਰਸੈਂਟੇਜ 'ਚ ਰੋਲ ਦੱਸਣਾ ਹੋਵੇ ਤਾਂ ਤੁਹਾਡੇ ਸੈਲਫ ਐਫਰਟ 'ਤੇ ਪਰਮਾਤਮਾ ਦਾ ਰੋਲ ਕਿੰਨਾ ਹੁੰਦਾ ਸਕਸੈਸ?
ਅਸੀਂ ਇਹ ਨਹੀਂ ਕਹਿ ਸਕਦੇ ਕਿ ਸੈਲਫ ਐਫਰਟ ਤਾਂ ਸਾਨੂੰ ਖੁਦ ਹੀ ਕਰਨੇ ਪੈਂਦੇ ਆ, ਬਟ ਇਹ ਹੈ ਕਿ ਇੱਕ ਸਾਨੂੰ ਪੋਜ਼ਿਟਿਵਿਟੀ ਜਾਂ ਮੋਟੀਵੇਸ਼ਨ ਮਿਲਦੀ ਹੈ, ਜਾਂ ਸਾਨੂੰ ਇੱਕ ਰੱਬ ਇੱਕ ਦਾਇਰੇ ਤੇ ਖੜਾ ਕਰ ਦਿੰਦਾ। ਉਸ ਤੋਂ ਅੱਗੇ ਜਿਹੜੇ ਐਫਰਟ ਕਰਨੇ ਉਹ ਤਾਂ ਸਾਨੂੰ ਖੁਦ ਹੀ ਕਰਨੇ ਪੈਣਗੇ ਨਾ। ਹਾਂ ਚਲੋ ਜ਼ਿਆਦਾਤਰ ਲੋਕ ਅਸੀਂ ਇਹ ਤਾਂ ਮੰਨਦੇ ਹੀ ਹਾਂ ਕਿ ਰੱਬ ਹੈ। ਕੁਛ ਮੇਰੇ ਵਰਗੇ ਜਾਂ ਕੁਛ ਦੋ ਚਾਰ ਹੋਰ ਇਸ ਤਰ੍ਹਾਂ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਪਤਾ ਨਹੀਂ ਹੈ ਕਿ ਨਹੀਂ ਹੈ। ਕੁਝ ਹੈ ਉਹ ਬੜੇ ਬਲੰਟਲੀ ਕਹਿੰਦੇ ਆ ਨਾ ਰੱਬ ਕਿੱਥੇ ਹੈ, ਜੋ ਹੈ ਇਨਸਾਨ ਹੀ ਹੈ। ਮੈਂ ਇਸ ਨੂੰ ਐਵੇਂ ਲੈਣਾ ਕਿ ਗੋਡ ਇਜ਼ ਵਨ। ਗੁਰੂ ਨਾਨਕ ਕਹਿ ਗਏ ਗੋਡ ਇਜ਼ ਵਨ। ਉਹਨਾਂ ਨੇ ਏਕ ਓਂਕਾਰ ਤੋਂ ਸ਼ੁਰੂ ਕੀਤਾ। ਏਕ ਦਾ ਮਤਲਬ ਹੈ ਵਨ। ਉਹਨਾਂ ਨੇ ਫਿਗਰ 'ਚ ਲਿਖਿਆ, ਮਤਲਬ ਨੂਮੈਰੀਕਲੀ ਇੱਕ ਪਾਇਆ ਉਹਨਾਂ ਨੇ ਪੰਜਾਬੀ ਗੁਰਮੁਖੀ ਦਾ। ਏਕ ਓਂਕਾਰ ਦਾ ਮਤਲਬ ਹੈ ਪਰਮਾਤਮਾ ਜਿਹੜਾ ਸ਼ੇਪਲੈਸ ਹੈ, ਜਿਹੜਾ ਹੈ ਕਿਸੇ ਤਰ੍ਹਾਂ ਦੀ ਮਟੀਰੀਅਲ ਜਾਂ ਕਿਸੇ ਤਰ੍ਹਾਂ ਦੀ ਆਇਡੈਂਟੀਟੀ ਨਾਲ ਨਹੀਂ ਹੈ। ਤਾਂ ਉਹ ਕਹਿੰਦੇ ਆ ਕਿ 1% ਰੋਲ ਹੈ ਤੁਹਾਡਾ, ਕਿਉਂਕਿ ਉਹ ਹੈ ਹੀ ਵਨ ਹੈ, ਉਹਦੀ ਆਇਡੈਂਟੀਟੀ ਵਨ ਹੈ, ਉਹ ਯੂਨੀਕ ਹੈ। ਔਰ 99 ਤੁਹਾਨੂੰ ਆਪ ਹੀ ਕਰਨਾ। ਜਦੋਂ ਤੁਸੀਂ 99 ਕਰ ਲੈਂਦੇ ਹੋ, ਉਹ ਆਪਣਾ ਇੱਕ ਨਹੀਂ ਰੱਖਦਾ, ਉਹ ਆਪਣਾ ਇੱਕ ਪਾ ਦਿੰਦਾ ਹੈ ਔਰ ਫਿਰ 100 ਹੁੰਦਾ ਹੈ। ਜਿੰਨਾ ਚਿਰ ਤੁਸੀਂ 99 'ਤੇ ਨਹੀਂ ਆਉਂਦੇ, ਉਹ ਆਪਣਾ ਇੱਕ ਵੀ ਨਹੀਂ ਦਿੰਦਾ। ਤਾਂ ਸਕਸੈਸ ਲਈ ਤੁਹਾਨੂੰ 99% ਆਉਣਾ ਪਏਗਾ। ਅਤੇ ਉਹ ਇੱਕ ਰੱਖਣ ਵਾਲਾ ਨਹੀਂ ਹੈ। ਪਰ ਜੇ ਤੁਸੀਂ 98 'ਤੇ ਬਲੇਮ ਕਰੋ ਕਿ ਉਹਨੇ ਇੱਕ ਨਹੀਂ ਦਿੱਤਾ, ਉਹਦੇ ਨਾਲ ਦੇ ਵੀ ਦਵੇ 100 ਨਹੀਂ ਹੋਣਾ। ਸਕਸੈਸ ਉਦੋਂ ਹੁੰਦੀ ਹੈ ਜਦੋਂ ਤੁਸੀਂ 99 'ਤੇ ਆਉਣਾ। ਜਿਹਦਾ ਮਤਲਬ ਯੂ ਹੈਵ ਟੂ ਸਟ੍ਰੈਚ ਯੂਅਰਸੈਲਫ ਟੂ ਦ ਮੈਕਸੀਮਮ। ਇੱਕ ਤਾਂ ਇਹ ਗੱਲ ਹੈ। ਦੂਸਰਾ ਹੈ ਕਿ ਉਹ ਪੋਜ਼ੀਟਿਵ ਹੈ, ਉਹ ਥਾਟ ਹੈ, ਉਹ ਤੁਹਾਨੂੰ ਐਨਰਜੀ ਦਿੰਦਾ ਹੈ, ਪਰ ਐਫਰਟਸ ਤਾਂ ਤੁਹਾਡੇ ਆਪਣੇ ਹੀ ਹੋਣ ਵਾਲੇ ਆ। ਗੋਡ ਇਜ਼ ਵਨ, ਗੋਡ ਇਜ਼ ਯੂਨੀਕ। ਤਾਂ ਇਹ ਮੰਨ ਕੇ ਚੱਲੋ ਕਿ ਜੇ ਤੁਹਾਡੀ ਸਕਸੈਸ ਨਹੀਂ ਹੋਈ ਤਾਂ ਉਸ ਲਈ ਤੁਹਾਨੂੰ ਸੈਲਫ ਨੂੰ ਵੈਲੂਏਟ ਕਰਨਾ ਹੈ ਕਿ ਮੈਂ 99 ਕਿਉਂ ਨਹੀਂ ਦੇ ਸਕਿਆ। ਜਦੋਂ ਤੁਸੀਂ 99 ਦਿਓਗੇ, ਉਹ ਆਪਣਾ ਇੱਕ ਨਹੀਂ ਰੱਖਣ ਵਾਲਾ। ਇਹ ਚੀਜ਼ ਦੀ ਸ਼ੋਰਿਟੀ ਹੈ। ਔਰ ਜਿਨ੍ਹਾਂ ਲੋਕਾਂ ਨੇ 99 ਦਿੱਤਾ, ਉਹਨਾਂ ਦਾ ਇੱਕ ਉਸਨੇ ਉਸੇ ਟਾਈਮ ਦਿੱਤਾ ਔਰ ਉਹ ਸਾਰੇ ਸਕਸੈਸਫੁਲੀ ਪਲੇਸ ਨੇ। ਔਰ ਜਿਨ੍ਹਾਂ ਨੇ 99 ਨਹੀਂ ਕੀਤਾ, ਉਹ ਸ਼ਾਇਦ ਬਲੇਮ ਕਰਦੇ ਰਹਿਣ। ਠੀਕ ਹੈ। ਔਰ ਇਹ ਮਤਲਬ ਹੁਣ ਇਸ ਰੋਲ ਨੂੰ ਤੁਸੀਂ ਕੁਦਰਤ ਕਹਿ ਦਿਓ, ਇਸ ਨੂੰ ਪਰਮਾਤਮਾ ਕਹਿ ਦਿਓ, ਇਸ ਨੂੰ ਗੋਡ ਕਹਿ ਦਿਓ, ਜੋ ਵੀ ਕਰੋ, ਪਰ ਇਹ ਇਸ ਤਰ੍ਹਾਂ ਹੀ ਐਗਜ਼ਿਸਟ ਕਰਦਾ ਹੈ ਕਿ ਉਹ ਆਪਣਾ ਇੱਕ ਹੀ ਰਹੇਗਾ। ਤਾਂ ਅਗਲੀ ਗੱਲ ਹੈ ਕਿ ਅਸੀਂ ਚੈਲੰਜਸ ਟੂ ਵੈਲਿਡਿਟੀ ਐਂਡ ਰਿਲਾਇਬਿਲਿਟੀ। ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਸਾਰੀਆਂ ਅਸੀਂ ਮੈਥਡ ਜਾਂ ਮੈਜਰਸ ਅਡੋਪਟ ਕਰਦੇ ਹਾਂ ਬਿਹੇਵੀਅਰ ਨੂੰ ਅਸੈਸ ਕਰਨ ਦੇ ਲਈ, ਉਹਨਾਂ 'ਚ ਕੀ ਕਿਤੇ ਰਿਲਾਇਬਿਲਿਟੀ ਦਾ ਰੌਲਾ ਹੈ? ਉਹ ਕਹਿੰਦੇ ਹਾਂ ਹੈ, ਕਿ ਬਿਹੇਵੀਅਰ ਬੜੇ ਕੰਪਲੈਕਸ ਹੁੰਦੇ ਆ, ਉਹਨਾਂ ਨੂੰ ਅਬਜ਼ਰਵ ਨਹੀਂ ਕੀਤਾ ਜਾ ਸਕਦਾ। ਖਾਸ ਤੌਰ 'ਤੇ ਤੁਸੀਂ ਦੇਖੋ ਕਿ ਇਨਸਾਨ ਇੰਨੇ ਜੇ ਰੋਲ ਪਲੇ ਕਰਦਾ ਹੈ। ਤੁਸੀਂ ਆਪਣੇ ਘਰ 'ਚ ਹੀ ਦੇਖੋ, ਤੁਸੀਂ ਹਾਲੇ ਚਲੋ ਜਿਹੜਾ ਨਹੀਂ ਮੈਰਿਡ ਹੈ ਜਾਂ ਜਿਹੜੀ ਔਰਤ ਮੈਰਿਡ ਹੋ ਜਾਂਦੀ ਹੈ, ਉਸ ਨੂੰ ਕਿੰਨੇ ਰੋਲ ਪਲੇ ਕਰਨੇ ਹੈ। ਉਹ ਕਿਸੇ ਦੀ ਭਾਬੀ ਹੈ, ਕਿਸੇ ਦੀ ਪਤਨੀ ਹੈ, ਕਿਸੇ ਦੀ ਨੂੰਹ ਹੈ, ਕਿਸੇ ਦੀ ਮਾਂ ਬਣੇਗੀ, ਔਰ ਪਿੱਛੇ ਕਿਸੇ ਦੀ ਬੇਟੀ ਹੈ, ਕਿਸੇ ਦੀ ਭੈਣ ਹੈ, ਕਿਸੇ ਦੀ ਭੂਆ ਹੈ। ਤਾਂ ਇਹਦਾ ਮਤਲਬ ਇੰਨੇ ਕੰਪਲੈਕਸ ਬਿਹੇਵੀਅਰ ਹੈ ਸਾਡਾ ਕਿ ਸਾਨੂੰ ਮਲਟੀਪਲ ਰੋਲ ਪਲੇ ਕਰਨੇ ਹੈ। ਔਰ ਇਸੇ ਤਰ੍ਹਾਂ ਮੇਲ ਨਾਲ ਹੁੰਦਾ ਹੈ। ਜਦੋਂ ਮੈਰਿਡ ਹੁੰਦਾ ਹੈ, ਅੱਛਾ ਫੀਮੇਲ ਨਾਲ ਇੱਕ ਚੀਜ਼ ਚੰਗੀ ਹੁੰਦੀ ਹੈ ਕਿ ਉਹਨੂੰ ਘਰ ਬਦਲਣਾ ਪੈਂਦਾ ਅਤੇ ਉਹਦੇ ਰੋਲ ਡਿਸਟਿੰਗੁਇਸ਼ ਨੇ। ਜਦੋਂ ਪੇਕੇ ਜਾਏਗੀ ਉਦੋਂ ਉਹਨੂੰ ਸਪੈਸੀਫਿਕ ਰੋਲ ਕਰਨੇ ਆ, ਜਦੋਂ ਸਹੁਰੇ ਆਏਗੀ ਉਸਨੂੰ ਸਪੈਸੀਫਿਕ ਰੋਲ ਕਰਨੇ ਆ। ਉਹਦੇ 'ਚ ਕੋਈ ਕਨਫਲਿਕਟ ਨਹੀਂ ਹੈ। ਮੇਲ ਵਿਚਾਰਿਆਂ ਨਾਲ ਬੜਾ ਮਾੜਾ ਹੁੰਦਾ ਹੈ। ਉਸ ਨੂੰ ਆਪਣੇ ਘਰ 'ਚ ਹੀ ਰੋਲ ਜਿਹੜੇ ਹੈਗੇ ਆ ਦੋਨੋਂ ਕਰਨੇ ਆ। ਇੱਕ ਪਾਸੇ ਮੈਰਿਜ ਹੋ ਜਾਂਦੀ ਹੈ, ਉਹ ਕਿਸੇ ਦਾ ਹਸਬੈਂਡ ਬਣ ਜਾਂਦਾ ਅਤੇ ਉਹਦੇ ਨਾਲ ਇੱਕ ਅਲੱਗ ਦੁਨੀਆ ਹੈ। ਪਰ ਮਾਂ ਦਾ ਅਤੇ ਪਿਓ ਦਾ ਆਪਣਾ ਜਿਹੜਾ ਇੱਕ ਰਾਈਟ ਹੈ, ਉਹ ਆਪਣੇ ਥਾਂ 'ਤੇ ਹੈ। ਉਸ ਨੂੰ ਦੋਨਾਂ ਨੂੰ ਪ੍ਰੋਟੈਕਟ ਕਰਨਾ ਹੈ ਅਤੇ ਉਹ ਉਹਨਾਂ ਨੂੰ ਕਿਵੇਂ ਮੈਨੇਜ ਅਤੇ ਮੈਨੂਪਲੇਟ ਕਰਦਾ ਹੈ। ਉਹ ਬਿਹੇਵੀਅਰ ਬੜੇ ਕੰਪਲੈਕਸ ਨੇ। ਕਦੋਂ ਫਿਰ ਤੁਸੀਂ ਉਸ ਨੂੰ ਦੇਖੋ ਕਿ ਉਹ ਕਦੋਂ ਇਮਾਨਦਾਰ ਹੈ ਅਤੇ ਕਦੋਂ ਲੋਇਲ ਹੈ। ਉਹ ਕਿਹਦੇ ਲਈ ਲੋਇਲ ਹੈ, ਮਾਂ ਲਈ ਕਿ ਪਤਨੀ ਲਈ, ਉਹ ਪਿਓ ਲਈ ਜਾਂ ਆਪਣੇ ਬੇਟੇ ਲਈ। ਤਾਂ ਇਹ ਦੇਖਣਾ ਬੜਾ ਮੁਸ਼ਕਿਲ ਹੋਏਗਾ। ਇਸ ਤਰ੍ਹਾਂ ਦੇ ਕੰਪਲੈਕਸ ਬਿਹੇਵੀਅਰ ਬਹੁਤ ਜ਼ਿਆਦਾ ਹੋਣਗੇ। ਔਰ ਜਦੋਂ ਘਰ ਵਾਲੀ ਪੁੱਛਦੀ ਹੈ ਕਿ ਮਤਲਬ ਕਿਹਨੂੰ ਜ਼ਿਆਦਾ ਪਿਆਰ ਕਰਦਾ, ਹੁਣ ਉਹ ਆਨਸਰ, ਉਸ ਦਾ ਕੋਈ ਆਨਸਰ ਨਹੀਂ ਹੈ। ਇੱਕ ਮਾਂ ਜਿਸ ਨੇ ਜਨਮ ਦਿੱਤਾ, ਦੁਨੀਆ 'ਚ ਲੈ ਕੇ ਆਉਂਦਾ 25-30 ਸਾਲ, ਜਿਸ ਨੇ ਉਸਨੂੰ ਇਸ ਕਾਬਲ ਬਣਾਇਆ ਕਿ ਕੋਈ ਦੂਸਰਾ ਪਰਸਨ ਉਹਦੇ ਨਾਲ ਜੁੜ ਸਕਦਾ ਹੈ, ਅਤੇ ਫਿਰ ਉਹ ਜਿਹੜਾ ਜੁੜਿਆ ਹੈ 30 ਸਾਲ ਬਾਅਦ ਉਹ ਪੁੱਛੇ ਕਿ ਕਿਹਨੂੰ ਜ਼ਿਆਦਾ ਪਿਆਰ ਕਰਦਾ, ਉਹਦਾ ਕੋਈ ਆਨਸਰ ਨਹੀਂ ਹੈ। ਉਹ ਬੜਾ ਕੰਪਲੈਕਸ ਬਿਹੇਵੀਅਰ ਹੈ। ਹਾਂ ਫਿਰ ਉਹ ਕਹੇਗਾ ਮੈਂ ਤੈਨੂੰ ਦੁਨੀਆ 'ਤੇ ਤਾਜ ਮਹਿਲ ਬਣਾ ਦਿਆਂਗਾ, ਮੈਂ ਤਾਰੇ ਤੋੜ ਦਿਆਂਗਾ, ਮੈਂ ਤੈਨੂੰ ਸਭ ਤੋਂ ਹੀਰ ਤੋਂ ਜ਼ਿਆਦਾ, ਰਾਂਝੇ ਤੋਂ ਜ਼ਿਆਦਾ ਪਤਾ ਨਹੀਂ ਕਿਹਦੇ ਲਈ ਦਿੱਤਾ। ਪਰ
ਸੱਚ ਕੀ ਹੈ ਉਹ ਉਸ ਦੇ ਅੰਦਰ ਨੂੰ ਪਤਾ ਜਾਂ ਉਸ ਨੂੰ ਪਤਾ। ਤਾਂ ਇਸ ਤਰ੍ਹਾਂ ਦੇ ਬਿਹੇਵੀਅਰ ਨੇ ਇੰਨੇ ਕੰਪਲੈਕਸ ਨੇ, ਉਹਨਾਂ ਬਾਰੇ ਕੀ ਸੱਚਾ ਡਾਟਾ ਮਿਲ ਸਕਦਾ ਹੈ ਕਿ ਸਿਰਫ ਆਬਜ਼ਰਵੇਸ਼ਨ ਤੋਂ ਡਾਟਾ ਇਕੱਠਾ ਕਰ ਸਕਦੇ ਹਾਂ, ਪੋਸੀਬਿਲਿਟੀ ਪਤਾ ਨਹੀਂ। ਅਗਲੀ ਗੱਲ ਹੈ ਕਿ ਲੈਵਲ ਆਫ ਟ੍ਰੇਨਿੰਗ। ਜਿਹੜੇ ਅਸੀਂ ਕਹਿੰਦੇ ਹਾਂ ਕਿ ਜਦੋਂ ਪੁਲਿਸ ਅਬਜ਼ਰਵ ਕਰਦੀ ਹੈ ਜਾਂ ਪੁਲਿਸ ਇੰਟੈਰੋਗੇਟ ਕਰਦੀ ਹੈ ਜਾਂ ਤੁਸੀਂ ਇੰਟੈਰੋਗੇਟ ਕਰਦੇ ਹੋ ਕਿਸੇ ਸਟੂਡੈਂਟ ਨੂੰ ਬੀਇੰਗ ਅ ਟੀਚਰ, ਪਰ ਜੇ ਉਹ ਐਕਸਪੀਰੀਅੰਸ ਟਰੌਂਟ ਹੈ, ਭਗੌੜਾ ਹੈ ਜਾਂ ਐਕਸਪੀਰੀਅੰਸ ਤਰ੍ਹਾਂ ਦਾ ਬੁਲਿੰਗ ਹੈ, ਤਾਂ ਉਹ ਉਸ ਦੇ ਬਿਹੇਵੀਅਰ ਨੂੰ ਤੁਸੀਂ ਆਈਡੈਂਟੀਫਾਈ, ਉਹ ਹਾਈਡ ਕਰ ਲਏਗਾ ਆਪਣੇ ਇਮੋਸ਼ਨਸ ਨੂੰ। ਔਰ ਇਹ ਇਸ ਤਰ੍ਹਾਂ ਹੀ ਹੁੰਦਾ ਹੈ। ਜਿਵੇਂ ਕਿ ਕਹਿੰਦੇ ਕਿ ਪਹਿਲਾ ਜਿਹੜਾ ਤੁਹਾਡਾ ਕੋਈ ਰਿਲੇਸ਼ਨ ਬਣਦਾ ਹੈ, ਭਾਵੇਂ ਉਹ ਤੁਹਾਡਾ ਕਿਸੇ ਗਰਲਫ੍ਰੈਂਡ ਬॉयਫ੍ਰੈਂਡ ਦਾ ਰਿਲੇਸ਼ਨ ਬਣਦਾ ਹੈ ਜਾਂ ਕੋਈ ਵੈਸੇ ਰਿਲੇਸ਼ਨ ਸਮਾਜ 'ਚ ਬਣਦਾ ਹੈ, ਤਾਂ ਪਹਿਲਾ ਰਿਲੇਸ਼ਨ ਬੜਾ ਪਿਓਰ ਹੁੰਦਾ ਹੈ, ਪਰ ਜਦੋਂ ਟੁੱਟਦਾ ਹੈ ਉਸ ਤੋਂ ਬਾਅਦ ਅਗਲੇ ਰਿਲੇਸ਼ਨ 'ਚ ਪਿਓਰਿਟੀ ਨਹੀਂ ਹੁੰਦੀ, ਪਰ ਮੈਚਿਓਰਿਟੀ ਬਹੁਤ ਹੁੰਦੀ ਹੈ। ਪਿਓਰਿਟੀ ਨਹੀਂ ਹੁੰਦੀ, ਮੈਚਿਓਰਿਟੀ ਹੁੰਦੀ ਹੈ, ਔਰ ਤੁਸੀਂ ਉਸ ਨੂੰ ਹੈਂਡਲ ਕਰ ਪਾਉਂਦੇ, ਕਿਉਂਕਿ ਉੱਥੇ ਟ੍ਰੇਨਿੰਗ ਆ ਜਾਂਦੀ। ਤੁਸੀਂ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖ ਲੈਂਦੇ ਹੋ, ਤੁਸੀਂ ਆਪਣੇ ਆਪ ਨੂੰ ਹਾਈਡ ਕਰਨਾ ਸਿੱਖ ਲੈਂਦੇ ਹੋ, ਤੁਸੀਂ ਆਪਣੇ ਐਕਸਪ੍ਰੈਸ਼ਨ ਨੂੰ ਰਿਫਾਈਨ ਕਰ ਲੈਂਦੇ ਹੋ। ਤਾਂ ਇਹ ਬੜਾ ਫਰਕ ਹੁੰਦਾ। ਤਾਂ ਇਹਦਾ ਮਤਲਬ ਕਿ ਉਹ ਬਿਹੇਵੀਅਰ ਪਿਓਰ ਹੁੰਦੇ ਆ। ਜਿਹੜਾ ਜਦੋਂ ਤੁਸੀਂ 3rd 4th ਰਿਲੇਸ਼ਨ 'ਚ ਜਾਂਦੇ ਹੋ ਕਿ ਫਿਰ ਉਹਦੇ 'ਚ ਡੈਪਥ, ਉਹਦੇ 'ਚ ਉਨੀ ਜਿਹੜੀ ਹੈ ਡਿਪੈਂਡੈਂਸ ਹੁੰਦੀ ਹੈ ਜਿੰਨੀ ਫਸਟ ਰਿਲੇਸ਼ਨ 'ਚ ਹੁੰਦੀ ਹੈ? ਨੋ, ਨੈਵਰ। ਤਾਂ ਇਹ ਇੱਕ ਟ੍ਰੇਨਿੰਗ ਦਾ ਮੈਟਰ ਵੀ ਹੈ। ਮੇਰੀ ਗੱਲ ਸਮਝ ਆ ਰਹੀ ਹੈ ਮੈਂ ਕੀ ਕਹਿ ਰਿਹਾ ਕਿ ਕਿਉਂ ਵੈਲਿਡਿਟੀ ਰਿਲਾਇਬਿਲਿਟੀ ਦੇ ਕੁਐਸਚਨ ਹੈ ਕਿ ਅਬਜ਼ਰਵ ਨਹੀਂ ਕੀਤੇ ਜਾ ਸਕਦੇ ਬਿਹੇਵੀਅਰ। ਹਾਂਜੀ ਸਰ। ਹਾਂ, ਅਗਲੀ ਗੱਲ ਹੈ ਕਿ ਜਿਹੜਾ ਅਬਜ਼ਰਵ ਕਰਨ ਵਾਲਾ ਹੈ ਉਹਦਾ ਐਕਸਪੀਰੀਅੰਸ ਵੀ ਮੈਟਰ ਕਰੇਗਾ। ਜੇ ਕੋਈ ਨਿਊਲੀ ਐਂਟਰੈਂਟ ਟੀਚਰ ਹੈ ਪ੍ਰੋਫੈਸ਼ਨ 'ਚ, ਉਹ ਬੱਚੇ ਦੇ ਟਰੂ ਬਿਹੇਵੀਅਰ ਨੂੰ ਅਬਜ਼ਰਵ ਨਹੀਂ ਕਰ ਪਾਏਗਾ, ਪਰ ਜਿਹੜਾ ਸੀਜ਼ਨਡ ਹੈ, ਜਿਹੜਾ ਐਕਸਪੀਰੀਅੰਸਡ ਹੈ, ਜਿਹਦੇ ਕੋਲ ਬਹੁਤ ਤਰ੍ਹਾਂ ਦੀਆਂ, ਉਸਨੇ ਹਜ਼ਾਰਾਂ ਪਰਸਨੈਲਿਟੀਜ਼ ਨੂੰ ਦੇਖਿਆ ਹੈ ਔਰ ਹਜ਼ਾਰਾਂ ਤਰ੍ਹਾਂ ਦੇ ਐਕਸਕਿਊਜ਼ਸ ਸੁਣੇ ਨੇ, ਹਜ਼ਾਰਾਂ ਤਰ੍ਹਾਂ ਦੇ ਜਿਹੜੇ ਹੈ ਪਰਸਨੈਲਿਟੀਜ਼ ਨਾਲ ਡੀਲ ਕੀਤਾ ਹੈ, ਤਾਂ ਉਹ ਅਲੱਗ ਢੰਗ ਨਾਲ ਉਹਦੀ ਐਕੂਰੇਸੀ ਔਰ ਜਿਹੜਾ ਨਾਰਮਲ ਤੇ ਨਿਊ ਹੈ ਉਸਦੀ ਐਕੂਰੇਸੀ 'ਚ ਬੜਾ ਫਰਕ ਰਹੇਗਾ। ਔਰ ਇਹ ਮੰਨ ਕੇ ਚਲੋ ਕਿ ਇਹ ਬੜਾ ਡਿਫਰੈਂਸ ਕ੍ਰੀਏਟ ਕਰਨ ਵਾਲਾ ਹੈ। ਕਈ ਵਾਰ ਅਬਜ਼ਰਵਰ ਐਰਰ ਵੀ ਹੁੰਦੇ ਆ। ਅਬਜ਼ਰਵਰ ਐਰਰ ਇਸ ਤਰ੍ਹਾਂ ਹੁੰਦੇ ਆ ਕਿ ਪਰਸਨ ਬਾਇਸਡ ਹੁੰਦਾ ਹੈ। ਜਿਵੇਂ ਮੈਂ ਪਿੰਡ ਤੋਂ ਬਿਲੋਂਗ ਕਰਦਾ ਹਾਂ, ਰੂਰਲ ਬੈਂਟ ਆਫ ਮਾਈਂਡ ਹੈ, ਥਾਟ ਪ੍ਰੋਸੈਸ ਵੀ ਰੂਰਲ ਹੈ, ਅਪਬ੍ਰਿੰਗਿੰਗ ਵੀ ਰੂਰਲ ਹੈ, ਐਥਿਕਸ ਵੀ ਰੂਰਲ ਨੇ, ਵੈਲਿਊ ਸੈਟ ਵੀ ਰੂਰਲ ਹੈ। ਮੈਂ ਅਰਬਨ ਸੈਟਅਪ 'ਚ ਜਾ ਕੇ ਬੱਚੇ ਨੂੰ ਅਬਜ਼ਰਵ ਕਰਾਂਗਾ ਤਾਂ ਹੋ ਸਕਦਾ ਮੈਂ ਥੋੜ੍ਹਾ ਬਾਇਸ ਹੋਵਾਂ, ਉਸ ਦੇ ਆਊਟਫਿਟ ਤੋਂ ਮੈਂ ਬਾਇਸ ਹੋ ਜਾਵਾਂ, ਉਸ ਦੇ ਐਟੀਕੇਟਸ ਤੋਂ ਮੈਂ ਬਾਇਸ ਹੋ ਜਾਵਾਂ, ਠੀਕ ਹੈ, ਜਾਂ ਉਸਦੇ ਐਕਸਪ੍ਰੈਸ਼ਨ ਸਟਾਈਲ ਨੂੰ ਮੈਂ ਬਾਇਸ ਹੋ ਜਾਵਾਂ। ਜਾਂ ਅਗਲੀ ਗੱਲ ਹੈ ਕਿ ਮੈਂ ਇੱਕ ਪਰਟੀਕੂਲਰ ਰਿਲੀਜਨ ਨੂੰ ਬਿਲੋਂਗ ਕਰਦਾ ਹਾਂ, ਮੈਂ ਦੂਸਰੇ ਰਿਲੀਜਨਸ ਦੇ ਐਥਿਕਸ ਐਟੀਕੇਟਸ ਬਾਰੇ ਰਿਲਾਇਬਲ ਨਾ ਹੋਵਾਂ, ਜਾਂ ਮੈਂ ਕਾਸਟ ਨੂੰ ਬਿਲੀਵ ਕਰਦਾ ਹਾਂ ਤਾਂ ਮੈਂ ਦੂਸਰਿਆਂ ਨੂੰ ਲੋ ਰੇਟ ਕਰ ਲਵਾਂ, ਜਾਂ ਮੈਂ ਬਹੁਤ ਲੋ ਕਾਸਟ ਨੂੰ ਬਿਲੋਂਗ ਕਰਦਾ ਮੈਂ ਦੂਸਰਿਆਂ ਨੂੰ ਬੜਾ ਹਾਈ ਰੇਟ ਕਰ ਲਵਾਂ, ਜਾਂ ਵਾਈਸ ਵਰਸਾ ਹੋ ਜਾਵੇ ਕਿ ਮੈਂ ਲੋ ਕਾਸਟ ਨੂੰ ਬਿਲੋਂਗ ਕਰਦਾ ਤਾਂ ਮੈਂ ਆਪਣੇ ਆਪ ਨੂੰ ਸੁਪੀਰੀਅਰ ਮੰਨਣ ਲੱਗ ਜਾਵਾਂ ਤੇ ਦੂਸਰਿਆਂ ਨੂੰ ਲੋ ਰੇਟ ਕਰ ਲਵਾਂ। ਤਾਂ ਇਸ ਤਰ੍ਹਾਂ ਦੇ ਬਾਇਸ ਜਿਹੜੇ ਨੇ ਇਹ ਵੀ, ਔਰ ਜੈਂਡਰ ਦਾ ਵੀ ਫਰਕ ਹੋਏਗਾ। ਜਿਵੇਂ ਆਮ ਤੌਰ 'ਤੇ ਮੇਲ ਸਾਈਕੋਲੋਜੀ 'ਚ ਮੰਨਿਆ ਜਾਂਦਾ ਕਿ ਫੀਮੇਲ ਕਿੰਨੇ ਵੀ ਸਾਲ ਕਾਰ ਚਲਾ ਲਵੇ ਉਹ ਅੱਛੀ ਡਰਾਈਵਰ ਨਹੀਂ ਬਣ ਸਕਦੀ, ਨਾ ਹੀ ਉਹ ਕਾਰ ਨੂੰ ਅੱਛੀ ਤਰ੍ਹਾਂ ਨਾਲ ਬੈਕ ਕਰਨਾ ਸਿੱਖ ਸਕਦੀ ਹੈ। ਉਹ ਜਿਹੜੀ ਹੈ ਬੈਕ ਗੇਅਰ ਦੇ ਵਿੱਚ ਰਿਵਰਸ ਗੇਅਰ 'ਚ ਉਸਨੂੰ ਚਲਾਉਣਾ ਬਹੁਤ ਮਾਸਟਰੀ ਕਦੇ ਨਹੀਂ ਹੋ ਸਕਦੀ। ਪਤਾ ਨਹੀਂ ਹੁਣੇ ਬਾਇਸ ਹੈ ਨਹੀਂ ਹੈ, ਤੁਸੀਂ ਜ਼ਿਆਦਾ ਐਕਸਪੀਰੀਅੰਸ ਕਰਦੇ ਹੋ। ਸਾਡੇ 'ਚ ਇਹ ਬੜਾ ਹੈ ਕਿ ਫੀਮੇਲ ਜਿਹੜੀਆਂ ਇੱਕ ਅੱਛਾ ਲੀਡਰ ਨਹੀਂ ਹੋ ਸਕਦੀਆਂ, ਖਾਸ ਤੌਰ 'ਤੇ ਕਿਸੇ ਇੰਸਟੀਟਿਊਸ਼ਨ ਨੂੰ ਲੀਡ ਕਰਨ ਦੇ ਟਾਈਮ ਦੇ ਉੱਪਰ ਐਡਮਿਨਿਸਟ੍ਰੇਟਰ ਦੇ ਤੌਰ 'ਤੇ ਅੱਛੀਆਂ ਨਹੀਂ ਹੋ ਸਕਦੀਆਂ। ਡਿਸੀਜਨ ਮੇਕਿੰਗ ਖਾਸ ਤੌਰ 'ਤੇ ਡਿਫੈਂਸ ਸਰਵਿਸਿਜ਼ ਦੇ ਵਿੱਚ ਅਸੀਂ ਸੋਚਦੇ ਹਾਂ ਜਦੋਂ ਵਾਰਫੇਅਰ ਹੋਏਗਾ ਉਸ ਟਾਈਮ 'ਤੇ ਸ਼ਾਇਦ। ਤਾਂ ਇਹ ਜੈਂਡਰ ਬਾਇਸ ਨੇ ਜਿਹੜੇ ਐਗਜ਼ਿਸਟ ਕਰਦੇ ਆ ਔਰ ਇਹ ਐਗਜ਼ਿਸਟ ਕਰਦੇ ਰਹਿਣਗੇ। ਅਗਲਾ ਹੈ ਕਿ ਟਾਰਗੇਟ ਜਿਹੜਾ ਹੈ, ਅਸੀਂ ਜਦੋਂ ਆਬਜ਼ਰਵੇਸ਼ਨ ਔਨ ਟਾਰਗੇਟ ਬਿਹੇਵੀਅਰ, ਉਹਦਾ ਵੀ ਇਨਫਲੂਐਂਸ ਹੋ ਸਕਦਾ ਕਿ ਤੁਸੀਂ ਬਿਹੇਵੀਅਰ ਨੂੰ ਟਾਰਗੇਟ ਕਰਕੇ ਪਰਸਨ ਇਗਨੋਰ ਕਰਦੇ ਹੋ। ਇਹ ਵੀ ਇੱਕ ਕਾਰਨ ਹੋ ਸਕਦਾ ਕਿ ਡਾਟਾ ਅੱਛਾ ਨਾ ਹੋਵੇ। ਅਤੇ ਇੱਕ ਗੱਲ ਹੈ ਕਿ ਜਰਨਲਾਈਜ਼ ਜਿਹੜੀ ਹੈ ਆਬਜ਼ਰਵਰ ਜਿਹੜਾ ਹੈ ਉਹ ਸਿਚੁਏਸ਼ਨ ਅਤੇ ਸੈਟਿੰਗਸ ਨੂੰ ਨਾ ਦੇਖ ਪਾਵੇ, ਹੈ ਨਾ। ਕਿਸ ਸਿਚੁਏਸ਼ਨ 'ਚ ਉਸਨੇ ਬਿਹੇਵੀਅਰ ਜਿਹੜਾ ਹੈ ਦਿੱਤਾ ਉਸ ਨੂੰ ਇਗਨੋਰ ਕਰ ਲਈਏ ਤਾਂ ਫਿਰ ਸਿਚੁਏਸ਼ਨ ਜਿਹੜੀ ਹੈ ਡਿਫਰ ਕਰਦੀ ਹੈ। ਕੋਈ ਬੱਚਾ ਹੈ ਉਹ ਚੋਰੀ ਕਰ ਰਿਹਾ, ਠੀਕ ਹੈ, ਕਾਲੀ ਕਿ ਟਿਫਨ ਚੋਰੀ ਕਰ ਰਿਹਾ, ਬੜੀ ਬੁਰੀ ਗੱਲ ਹੈ ਟਿਫਨ ਚੋਰੀ ਕਰਨਾ, ਹੈ ਨਾ, ਲੱਗਦਾ ਕਿ ਨਹੀਂ? ਬੁਰੀ ਗੱਲ ਹੈ ਟਿਫਨ ਚੋਰੀ ਕਰਨਾ। ਸਰ ਯੈਸ ਸਰ ਹਾਂਜੀ, ਛੋਟੇ ਹੁੰਦਿਆਂ ਤੱਕ ਤਾਂ ਬੁਰੀਆਂ ਹੀ ਹੁੰਦੀਆਂ।
ਵੈਸੇ ਚੋਰੀ ਕਰਨਾ ਬੁਰਾ ਹੈ ਕਿ ਨਹੀਂ? ਹਾਂਜੀ ਸਰ ਬਿਲਕੁਲ ਬੁਰਾ ਹੈ। ਅੱਛਾ, ਜੇ ਇਸਨੂੰ ਹੋਰ ਢੰਗ ਨਾਲ ਦੇਖਿਆ ਜਾਵੇ ਕਿ ਇੱਕ ਬੱਚਾ ਹੈ, ਉਸ ਨੂੰ ਪਿਛਲੇ 4 ਦਿਨਾਂ ਤੋਂ ਘਰ 'ਚ ਜਿਹੜਾ ਹੈ ਮੀਲ ਨਹੀਂ ਮਿਲਿਆ ਤੇ ਉਸਨੇ ਚੋਰੀ ਕਰ ਲਈ, ਇਟ ਇਜ਼ ਅ ਸਰਵਾਈਵਲ ਇਨਸਟਿੰਕਟ। ਹੁਣ ਚੋਰੀ ਬੁਰੀ ਹੈ ਕਿ ਨਹੀਂ? ਸਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਿਚੁਏਸ਼ਨ ਦੇ ਅਕੋਰਡਿੰਗ ਅਸੀਂ ਇਸ ਨੂੰ ਅਤੇ ਮੀਨਿੰਗ ਅਲੱਗ-ਅਲੱਗ ਹੋਣਗੇ। ਹਾਂ, ਬਸ ਮੈਂ ਲਾਸਟ ਬਸ। ਪੁਆਇੰਟ ਐਕਸਪਲੇਨ ਕਰ ਰਿਹਾ ਸੀ, ਸਿਚੁਏਸ਼ਨ ਦੇ ਅਕੋਰਡਿੰਗ ਹਾਂਜੀ ਜਿਹੜੀ ਹੈ ਉਸ ਨੂੰ ਅਸੀਂ ਦੇਖਣਾ ਹੈ। ਕਈ ਵਾਰ ਸਿਚੁਏਸ਼ਨਲ ਹੁੰਦਾ ਹੈ ਨਾ, ਕਿ